ਸਤਿਨਾਮ ਵਾਹਿਗੁਰੂ। ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰਹੁ ਪ੍ਰਭ ਦਾਤੇ। ਨਾਨਕ ਅੰਕ ਸਮਾਵੈ ਗਗਨ ਦੁਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕਹੇ ਤੋ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤੋ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਸ਼ੰਤ ਇਕ ਓੰਕਾਰ, ਸਤਿਗੁਰ ਪ੍ਰਸਾਦ। ਕਾਇਆ ਕੂੜ ਵਿਗਾੜ ਕਾਹੇ ਨਾਈਐ, ਨਾਤਾ ਸੋ ਪਰਵਾਨਾ ਸੱਚ ਕਮਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ, ਨਾਤਾ ਸੋ ਪਰਵਾਨਾ ਸੱਚ ਕਮਾਈਐ। ਜਬ ਸਾਚ ਅੰਦਰ ਹੋਏ ਸਾਚਾ, ਤਾਮ ਸਾਚਾ ਪਾਈਐ। ਲਿਖੇ ਬਾਜੋ ਸੁਰਤ ਨਾਹੀ, ਬੋਲ ਬੋਲ ਗਵਾਈਐ। ਜਿੱਥੈ ਜਾਏ ਬਹੀਐ ਭਲਾ ਕਹੀਐ, ਸੁਰਤ ਸ਼ਬਦ ਲਿਖਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ, ਜਿੱਥੈ ਜਾਏ ਬਹੀਐ ਭਲਾ ਕਹੀਐ। ਸੂਰਤ ਸ਼ਬਦ ਲਿਖਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ
ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ। ਅਕਾਲ ਪੁਰਖ ਦੇ ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਲੋਕਾਈ ਦੇ ਭਲੇ ਹਿੱਤ ਜੋ ਪਾਵਨ ਫੁਰਮਾਨ ਜਾਰੀ ਕਰਦੇ ਨੇ, ਉਸ ਸ਼੍ਰੀ ਮੁਖਵਾਕ ਦੀ ਕਥਾ ਵਿਚਾਰ ਗੁਰੂ ਅਰਜਨ ਪ੍ਰਤੱਖ ਹਰ ਦੇ ਦਰ ਉੱਪਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਸੰਗਤਾਂ ਸਰਵਣ ਕਰਦੇ ਹੋ। ਆਓ ਉਸ ਅਗੰਮੀ ਬਾਣੀ ਦੀ ਵਿਚਾਰ ਨਾਲ ਜੁੜੀਏ। ਉਪਰੰਤ ਸ਼ਹਾਦਤਾਂ ਦੀ ਅਵਧੀ ਮੰਨਣ ਵਾਲੇ ਸੂਰਬੀਰ ਯੋਧੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਅਤੇ ਹੋਰ 1984 ਦੇ ਸ਼ਹੀਦ ਜਨ ਜਿਨ੍ਹਾਂ ਨੇ ਲਾੜੀ ਮੌਤ ਨੂੰ ਵਿਆਹਿਆ, ਸਿੱਖ ਜਗਤ ਦੀ ਫੁਲਵਾੜੀ ਨੂੰ ਪ੍ਰਫੁੱਲਤ ਰੱਖਣ ਦੇ ਲਈ ਆਪਣਾ ਲਹੂ ਡੋਲਿਆ। ਤੀਜੇ ਘੱਲੂ ਘਾਰੇ ਦੇ ਸਬੰਧ ਵਿੱਚ ਅੱਜ ਅਕਾਲ ਤਖਤ ਸਾਹਿਬ ਵਿਖੇ ਵੀ ਸਮਾਗਮ ਚੱਲ ਰਹੇ ਨੇ। ਫਿਰ ਆਪਾਂ ਉਸ ਵਿਸ਼ੇ ਤੇ ਵਿਚਾਰ ਕਰਾਂਗੇ। ਆਓ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਸ਼ੰਤ ਇਕ ਓੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਰਮੇਸ਼ਵਰ ਦੇ ਪਹਿਲੇ ਸਰਗੁਣ ਸਰੂਪ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ। ਇਹ ਪਾਵਨ ਫੁਰਮਾਨ ਆਪਣੇ ਗਲੂਏ ਮੁਬਾਰਕ ਚੋਂ ਪ੍ਰਗਟ ਕਰਦੇ ਨੇ। 565-66 ਅੰਗ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਹ ਦਰਜ ਹੈ। ਇਹ ਜੋ ਮਹਾਨ ਬਾਣੀ ਦੀ ਰਚਨਾ ਹੈ, ਲਫ਼ਜ਼ ਵਰਤਿਆ ਗਿਆ ਹੈ ਇਹਦੇ ਕਾਵਿ ਦੇ ਲਈ ਸ਼ੰਤ, ਖੁਸ਼ੀ ਦੇ ਗੀਤਾਂ ਨੂੰ ਵੀ ਕਹਿੰਦੇ ਨੇ। ਕੁਝ 6 ਪਦਿਆਂ ਵਾਲੇ ਸ਼ਬਦ ਹੁੰਦੇ ਨੇ, ਕੁਝ 4 ਪਦਿਆਂ ਵਾਲੇ ਵੀ ਸ਼ਬਦ ਆਉਂਦੇ ਨੇ। ਸਿਰਲੇਖ ਸ਼ੰਤ ਹੁੰਦਾ ਹੈ। ਪਹਿਲਾਂ ਆਪਣੇ ਨਿਰਗੁਣ ਸਰੂਪ ਦਾ ਮੰਗਲ ਗੁਰੂ ਨਾਨਕ ਸਾਹਿਬ ਲਿਖਦੇ ਨੇ, ਪਰਮਾਤਮਾ ਇੱਕ ਹੈ, ਇੱਕ ਓੰਕਾਰ ਉਹ ਸਭਨਾ ਦਾ ਪ੍ਰਕਾਸ਼ਕ ਹੈ, ਕਰਤਾ ਧਰਤਾ ਹੈ। ਸਤਿਗੁਰ ਉਹ ਸੱਚ ਸਰੂਪ ਹੈ, ਗਿਆਨ ਬਖਸ਼ਦਾ ਹੈ, ਅਗਿਆਨ ਦਾ ਖਾਤਮਾ ਕਰਦਾ ਹੈ। ਪ੍ਰਸਾਦ ਉਹ ਕਿਰਪਾਲੂ ਬੜਾ ਹੈ। ਉਹ ਪਰਮੇਸ਼ਵਰ ਸਤਿਗੁਰ ਪ੍ਰਸਾਦ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹਾਸਲ ਹੁੰਦਾ ਹੈ। ਕਾਇਆ ਕੂੜ ਵਿਗਾੜ ਕਾਹੇ ਨਾਈਆ। ਮਹਾਰਾਜ ਇੱਥੇ ਤੀਰਥਾਂ ਬਾਬਤ ਚਾਨਣਾ ਪਾਉਂਦੇ ਨੇ। ਬੰਦਾ ਗੁਨਾਹ ਕਰਦਾ ਹੈ, ਵਿਕਾਰਾਂ ਵਿੱਚ ਜਕੜਿਆ ਹੁੰਦਾ ਹੈ, ਸੋਚਦਾ ਹੈ ਤੀਰਥ ਤੇ ਚੁੱਭੀ ਲਾਈ ਤੇ ਪਾਪ ਮਿਟ ਜਾਣਗੇ। ਗੁਰੂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੀ ਚੇਤਵਨੀ ਰੱਖਿਆ ਪਾਪ ਨਹੀਂ ਮਿਟਦੇ, ਕਿਉਂਕਿ ਬੰਦਾ ਗੁਨਾਹ ਕਰਦਾ ਸੰਕੋਚ ਨਹੀਂ ਕਰੇਗਾ ਵੀ ਮੈਂ ਤਾਂ ਚੁੱਭੀ ਲਾ ਕੇ ਪਾਪ ਮਿਟਾ ਲਵਾਂਗਾ। ਉਹ ਇਸ ਭਾਵਨਾ ਵਿੱਚ ਨੇਕ ਨਾਮੀ ਨਹੀਂ ਬਣਦਾ, ਚੰਗੇ ਕਰਮ ਕਰਦਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਮਨ ਰੂਪੀ ਕਾਇਆ ਜਿਹੜੀ ਵਿਗੜੀ ਹੋਈ ਹੈ ਵਿਕਾਰਾਂ ਦੇ ਵਿੱਚ,
ਜੇ ਤੁਸੀਂ ਆਖੋ ਵੀ ਤਨ ਦੇ ਧੋਤਿਆਂ ਮਨ ਸਾਫ਼ ਹੋ ਜਾਵੇ, ਕਹਿੰਦੇ ਇਸ ਤਰ੍ਹਾਂ ਦੇ ਨਾਲ ਨਹੀਂ ਹੁੰਦਾ। ਨਾਤਾ ਸੋ ਪ੍ਰਵਾਨ ਸੱਚ ਕਮਾਈਆ। ਅਸਲ ਵਿੱਚ ਤੀਰਥ ਨਾਤੇ, ਇਸ਼ਨਾਨ ਪਾਨ ਕੀਤੇ ਉਹਨਾਂ ਦੇ ਸਫਲੇ ਨੇ ਜਿਹੜੇ ਅੰਦਰੋਂ ਸੱਚ ਨਾਲ ਜੁੜੇ ਨੇ, ਸੱਚ ਦੀ ਕਮਾਈ ਕਰਦੇ ਨੇ। ਕਈ ਵਾਰ ਅਸੀਂ ਸ਼ਬਦ ਦਾ ਇੱਕ ਪੱਖ ਲੈ ਕੇ ਖੰਡਨ ਵਿੱਚ ਪੈ ਜਾਂਦੇ ਆ, ਇਹ ਸਮਝ ਹੀ ਨਹੀਂ ਹੁੰਦੀ ਵੀ ਅੱਗੇ ਮੰਡਨ ਵੀ ਹੋ ਰਿਹਾ ਉਸੇ ਵਿਚਾਰਧਾਰਾ ਦਾ। ਤੀਰਥਾਂ ਨੂੰ ਬੁਰਾ ਨਹੀਂ ਆਖਿਆ, ਧਾਰਮਿਕ ਸਥਾਨਾਂ ਨੂੰ ਬੁਰਾ ਨਹੀਂ ਗੁਰਬਾਣੀ ਕਹਿੰਦੀ, ਭਾਵਨਾ ਬੁਰੀ ਹੈ ਸਾਡੀ। ਜੇ ਸੱਚ ਸਰੂਪ ਨਾਲ ਜੁੜੋ ਜਾ ਕੇ ਤੀਰਥਾਂ ਤੇ, ਗੁਰਧਾਮਾਂ ਤੇ, ਮੰਦਰਾਂ ਮਸਜਿਦਾਂ ਅੰਦਰ ਰੱਬ ਦੇ ਗੀਤ ਗਾਓ, ਤੇ ਫਿਰ ਉੱਥੇ ਜਾਣਾ ਸਫਲਾ ਹੈ। ਫਿਰ ਤੀਰਥਾਂ ਤੇ ਇਸ਼ਨਾਨ ਕੀਤਾ ਵੀ ਸਫਲਾ ਹੈ। ਤੋ ਜੇ ਤੀਰਥਾਂ ਤੇ ਜਾ ਕੇ ਕਪਟ ਨਹੀਂ ਛੱਡਿਆ, ਨਾਮ ਨਹੀਂ ਜਪਿਆ, ਮਹਾਰਾਜ ਕਹਿੰਦੇ ਫਿਰ ਕੋਈ ਫਾਇਦਾ ਨਹੀਂ ਹੈ। ਸੱਚ ਦੀ ਕਮਾਈ ਕਰੋ ਅਗਰ ਜਾਂਦੇ ਹੋ ਧਾਰਮਿਕ ਸਥਾਨਾਂ ਉੱਪਰ। ਜਬ ਸਾਚ ਅੰਦਰ ਹੋਏ ਸਾਚਾ, ਤਾਮ ਸਾਚਾ ਪਾਈਆ। ਮਹਾਰਾਜ ਕਹਿੰਦੇ ਨੇ ਜਦੋਂ ਸਾਡੇ ਅੰਦਰ ਜੋ ਪ੍ਰਮਾਤਮਾ ਦਾ ਸੱਚਾ ਨਾਮ ਹੈ ਪ੍ਰਗਟ ਹੋ ਜਾਵੇ, ਵਾਰ-ਵਾਰ ਉਸ ਨਾਮ ਦਾ ਜਾਪ ਕਰੀਏ, ਗੀਤ ਗਾਈਏ, ਤੇ ਪ੍ਰਮਾਤਮਾ ਇੱਕ ਦਿਨ ਆਵਾਜ਼ ਸੁਣ ਕੇ ਕੁੰਡਾ ਖੋਲ ਦਿੰਦਾ ਹੈ, ਪ੍ਰਗਟ ਹੋ ਜਾਂਦਾ ਹੈ, ਦਿਦਾਰੇ ਬਖਸ਼ ਦਿੰਦਾ ਹੈ। ਲਿਖੇ ਬਾਜੋ ਸੁਰਤ ਨਾਹੀ, ਬੋਲ ਬੋਲ ਗਵਾਈਆ। ਮਹਾਰਾਜ ਕਹਿੰਦੇ ਨੇ ਅਸਲ ਪਰਮਾਤਮਾ ਦੀ ਪ੍ਰਾਪਤੀ ਪ੍ਰਾਲਬਧ ਚੰਗੀ ਹੋਵੇ, ਚੰਗੇ ਲੇਖ ਉਕਰੇ ਹੋਣ ਮਸਤਕ ਤੇ ਫੇਰ ਹੀ ਹੁੰਦੀ ਹੈ। ਵੈਸੇ ਗਿਆਨ ਦੀਆਂ ਬਾਤਾਂ ਪਾਈ ਜਾਣੀਆਂ ਇਹ ਤੇ ਇਉਂ ਹੈ ਜਿਵੇਂ ਵਾਹ ਦਵਾ ਬੋਲੀ ਜਾਣਾ। ਚਲਾਕੀਆਂ ਨਾਲ, ਨਿਰਾ ਗਿਆਨ ਦੇ ਨਾਲ ਪਰਮਾਤਮਾ ਨਹੀਂ ਮਿਲਦਾ, ਇਹ ਬੋਲ ਕੇ ਗਵਾਉਣਾ ਹੀ ਹੈ। ਜੋ ਬੜੇ ਚਤੁਰ ਬਖਤੇ ਬਣਦੇ ਨੇ, ਗਿਆਨ ਦੀਆਂ ਬਾਤਾਂ ਪਾਉਂਦੇ ਨੇ, ਜਿੰਨਾ ਚਿਰ ਪਰਮਾਤਮਾ ਦੀ ਨਦਰ ਨਾ ਹੋਵੇ, ਕਰਮ ਚੰਗੇ ਨਾ ਹੋਣ, ਉਸ ਦੀ ਪ੍ਰਾਪਤੀ ਨਹੀਂ ਹੁੰਦੀ। ਜਿੱਥਾ ਜਾਏ ਬਹੀਆ ਭਲਾ ਕਹੀਆ, ਸੁਰਤ ਸ਼ਬਦ ਲਿਖਾਈਆ। ਮਹਾਰਾਜ ਕਹਿੰਦੇ ਨੇ ਜਿੱਥੇ ਵੀ ਟਿਕਦੇ ਹੋ ਪਰਮਾਤਮਾ ਦੇ ਭਲੇ ਗੀਤ ਗਾਓ, ਪਰਮਾਤਮਾ ਦੀ ਇਬਾਦਤ ਕਰੋ, ਬੰਦਗੀ ਕਰੋ, ਔਰ ਆਪਣੇ ਮਨ ਅੰਦਰ ਉਹਦੀ ਵਡਿਆਈ ਦੇ ਲੇਖ ਲਿਖ ਲਵੋ, ਉਹਦੇ ਗੀਤ ਸਦਾ ਹੀ ਗਾਇਆ ਕਰੋ, ਔਰ ਨਾਲ ਆਖਣ ਲੱਗੇ ਹੋਰਾਂ ਨੂੰ ਵੀ ਜੋ ਸ਼ਬਦ ਦਾ ਗਿਆਨ ਹੈ ਉਹ ਸਮਝਾਇਆ ਕਰੋ। ਆਪ ਜੁੜੇ ਹੋ, ਹੋਰਾਂ ਨੂੰ ਜੋੜਨਾ ਕਰੋ। ਕਾਇਆ ਕੂੜ ਵਿਗਾੜ ਕਾਹੇ ਨਾਈਆ। ਸੋ ਜਿਨ੍ਹਾਂ ਦੀ ਹਿਰਦੇ ਰੂਪੀ ਕਾਇਆ ਮਾਇਆ ਦੇ ਪ੍ਰਭਾਵ ਦੇ ਵਿੱਚ ਵਿਗੜੀ ਹੋਈ ਹੈ, ਨਿਰਾ ਸਰੀਰ ਦੇ ਨਾਤਿਆਂ ਮਨ ਸਾਫ਼ ਨਹੀਂ ਹੁੰਦਾ। ਤਾ ਮੈਂ ਕਹਿਆ ਕਹਿਣਾ, ਜਾ ਤੁਝੈ ਕਹਾਇਆ। ਗੁਰੂ ਸਾਹਿਬ ਕਹਿੰਦੇ ਨੇ ਇਹ ਜੋ ਮੈਂ ਗਿਆਨ ਦੀ ਬੋਲੀ ਬੋਲ ਰਿਹਾ ਹਾਂ, ਜੋ ਬ੍ਰਹਮ ਦਾ ਗਿਆਨ, ਇਹ ਬਾਣੀ ਪ੍ਰਗਟ ਕਰ ਰਿਹਾ ਹਾਂ, ਇਹ ਐ ਅਕਾਲ ਪੁਰਖ ਤੁਸੀਂ ਹੀ ਕਹਾ ਰਹੇ ਹੋ ਮੇਰੇ ਕੋਲੋਂ, ਤੁਹਾਡੀ ਕਿਰਪਾ ਦੇ ਨਾਲ ਹੀ ਇਹ ਮੈਂ ਗਿਆਨ ਦੀਆਂ ਬਾਤਾਂ ਪਾ ਰਿਹਾ। ਦੂਸਰਾ ਭਾਵ ਹੈ ਤੁਹਾਡੀ ਕਿਰਪਾ ਨਾਲ ਹੀ ਤੁਹਾਡਾ ਨਾਮ ਕਹਿਆ ਜਾ ਸਕਦਾ ਹੈ, ਜਪਿਆ ਜਾ ਸਕਦਾ ਹੈ। ਅੰਮ੍ਰਿਤ ਹਰਿ ਕਾ ਨਾਮ ਮੇਰਾ ਮਨ ਭਾਇਆ। ਤੁਹਾਡਾ ਜਿਹੜਾ ਹਰਿਆ ਭਰਿਆ ਕਰਨ ਵਾਲਾ ਪਰਮਾਤਮਾ ਜੀ ਨਾਮ ਹੈ, ਜੋ ਜੀਵਨ ਵਿੱਚ ਅੰਮ੍ਰਿਤ ਵਰਗੀ ਮਿਠਾਸ ਬਖਸ਼ ਦਿੰਦਾ ਹੈ, ਉਹ ਸਾਨੂੰ ਬੜਾ ਭਾਉਂਦਾ ਹੈ। ਗੁਰਮੁਖ ਪਿਆਰਿਆਂ ਨੂੰ ਨਾਮ ਰਸ ਬੜਾ ਆਨੰਦਿਤ ਕਰਦਾ ਹੈ। ਨਾਮ ਮੀਠਾ ਮਨਹਿ ਲਾਗਾ, ਦੁਖ ਡੇਰਾ ਢਾਹਿਆ। ਜਿਨ੍ਹਾਂ ਦੇ ਮਨ ਨੂੰ ਨਾਮ ਮਿੱਠਾ ਲੱਗਾ, ਉਹਨਾਂ ਦੇ ਜੀਵਨ ਵਿੱਚ ਦੁੱਖ ਨਹੀਂ ਰਹੇ। ਜਿਹੜੇ ਰੋਗਾ ਸੋਗਾ ਨੇ ਡੇਰੇ ਲਾਏ ਸਨ, ਉਹ ਡੇਰੇ
ਉਹਨਾਂ ਦੇ ਉਖਾੜ ਸੁੱਟੇ ਨੇ, ਨਾਮ ਨੇ ਐਸੀ ਕਿਰਪਾ ਹੋਈ ਹੈ। ਸੂਖ ਮਨ ਮਹਿ ਆਏ ਵਸਿਆ, ਜਾਮ ਤੈ ਫੁਰਮਾਇਆ। ਜਦੋਂ ਦੁੱਖ ਨਾ ਰਹੇ ਤੇ ਫਿਰ ਜੀਵਨ ਵਿੱਚ ਸੁੱਖ ਟਿਕ ਗਏ। ਸੋ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਗੀਤ ਗਾਇਆ ਹੀ ਸੁੱਖ ਪ੍ਰਾਪਤ ਹੁੰਦੇ ਨੇ, ਦੁੱਖਾਂ ਦਾ ਡੇਰਾ ਢਹਿ ਜਾਂਦਾ ਹੈ। ਇਹ ਤੁਹਾਡੇ ਹੁਕਮ ਦੇ ਨਾਲ ਹੀ ਪਰਮਾਤਮਾ ਸੰਭਵ ਹੈ। ਨਦਰ ਤੁਧ ਅਰਦਾਸ ਮੇਰੀ, ਜਿਨੇ ਆਪ ਉਪਾਇਆ। ਐ ਪਰਮੇਸ਼ਵਰ, ਤੇਰੇ ਅੱਗੇ ਅਸੀਂ ਸਦਾ ਅਰਦਾਸ ਕਰਦੇ ਹਾਂ। ਦੁਨੀਆ ਨੂੰ ਸਾਜਣ ਵਾਲਾ ਤੂੰ ਹੈ, ਸੁੱਖ ਦੁੱਖ ਤੇਰੇ ਹੁਕਮ ਵਿੱਚ ਨੇ। ਸੋ ਬੇਨਤੀ ਕਰਦੇ ਹਾਂ, ਸਾਨੂੰ ਆਨੰਦ ਬਖਸ਼, ਖੁਸ਼ੀਆਂ ਬਖਸ਼। ਤਾ ਮੈਂ ਕਹਿਆ ਕਹਿਣਾ, ਜਾ ਤੁਝੈ ਕਹਾਇਆ। ਦੇਖੋ, ਅਸੀਂ ਤੇ ਤੇਰੇ ਦਰ ਤੇ ਅਰਜ਼ੋਈ ਕਰ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ। ਅਰਦਾਸ ਵੀ ਤੇਰੀ ਮਿਹਰ ਹੋਵੇ ਤੇ ਸੱਚੇ ਮਨੋਂ ਨਿਕਲਦੀ ਹੈ। ਸੋ ਤੂੰ ਆਪ ਹੀ ਕਿਰਪਾ ਕਰਨ ਵਾਲਾ ਹੈ, ਆਪ ਹੀ ਨਾਮ ਜਪਾਉਣ ਵਾਲਾ ਹੈ, ਸੁਖ ਦੇਣ ਵਾਲਾ ਹੈ। ਵਾਰੀ ਖਸਮ ਕਢਾਈ, ਕਿਰਤ ਕਮਾਵਣਾ। ਮਹਾਰਾਜ ਕਹਿੰਦੇ ਨੇ ਕਰਮਾਂ ਅਨੁਸਾਰ ਹੀ 84 ਲੱਖ ਜੂਨ ਮਿਲਦੀ ਹੈ, ਔਰ 84 ਲੱਖ ਜੂਨਾਂ ਭੋਗਣ ਤੋਂ ਬਾਅਦ ਹਰ ਇੱਕ ਦੀ ਵਾਰੀ ਆਉਂਦੀ ਹੈ, ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ। ਕਰਮਗਤ ਅਨੁਸਾਰ ਇਹ ਜਾਮਾ ਮਿਲਦਾ ਹੈ। ਮੰਦਾ ਕਿਸੈ ਨ ਆਖ, ਝਗੜਾ ਪਾਵਣਾ। ਸੋ ਮਹਾਰਾਜ ਕਹਿੰਦੇ ਨੇ ਕਿਸੇ ਨੂੰ ਮੰਦਾ ਕਿਉਂ ਕਹਿਣਾ ਹੈ? ਕੋਈ ਨੇਕ ਨਾਮੀ ਹੈ, ਕੋਈ ਬੁਰੇ ਕਰਮ ਕਰਦਾ ਹੈ, ਸਭ ਕੁਝ ਪਰਮਾਤਮਾ ਦੇ ਹੁਕਮ ਵਿੱਚ। ਇਹ ਬਾਬਾ ਕਨ੍ਹਈਆ ਵਾਲੀ ਨਦਰ ਹੈ, ਪਰਉਪਕਾਰੀ ਨਦਰ ਦੀ ਬਾਤ ਹੈ। ਕਿਸੇ ਦੀ ਨਿੰਦਾ ਨਹੀਂ ਕਰਨੀ, ਕਿਸੇ ਨਾਲ ਝਗੜਾ ਨਹੀਂ ਕਰਨਾ। ਸਾਰੇ ਪ੍ਰਮਾਤਮਾ ਦੇ ਹੁਕਮ ਵਿੱਚ ਪੁਤਲੇ ਨੱਚਦੇ ਨੇ। ਇਹ ਕਿਸੇ ਨੂੰ ਬੁਰਾ ਆਖੋਗੇ ਤੇ ਉਹਦੇ ਵਿੱਚ ਵੀ ਰੱਬ ਟਿਕਿਆ ਹੈ, ਭਲਾ ਆਖੋਗੇ ਤੇ ਉਹਦੇ ਵਿੱਚ ਵੀ ਰੱਬ ਟਿਕਿਆ ਹੈ। ਨਹਿ ਪਾਏ ਝਗੜਾ ਸੁਆਮ ਸੇਤੀ, ਆਪ ਆਪ ਵਜਾਵਣਾ। ਦੇਖੋ, ਪ੍ਰਮਾਤਮਾ ਸਭ ਵਿੱਚ ਟਿਕਿਆ ਹੈ। ਉਹਨੂੰ ਲਾਮਾ ਨਹੀਂ ਦੇਣਾ ਵੀ ਇਹ ਚੰਗਾ ਬਣਾਇਆ ਹੈ, ਇਹ ਮੰਦਾ ਬਣਾਇਆ ਹੈ, ਇਹ ਦੁੱਖ ਦਿੱਤਾ ਹੈ, ਇਹ ਸੁੱਖ ਦਿੱਤਾ ਹੈ। ਕਹਿੰਦੇ ਉਹਦੀ ਕਰਨੀ ਦੇ ਵਿੱਚ ਦਖਲ ਨਹੀਂ ਦੇਣੀ। ਜੋ ਦਿੰਦਾ ਹੈ ਉਹ ਆਪਣਾ ਹੀ ਨੁਕਸਾਨ ਉਠਾਉਂਦਾ ਹੈ। ਰੱਬ ਦੁੱਖ ਵੀ ਦਵੇ ਤੇ ਅਸੀਂ ਉਹਦਾ ਕੀ ਵਿਗਾੜ ਸਕਦੇ ਹਾਂ? ਉੱਥੇ ਜ਼ੋਰ ਨਹੀਂ ਚੱਲਦਾ। ਜਿਸ ਨਾਲ ਸੰਗਤ ਕਰ ਸੁਰੇਕੀ, ਜਾਏ ਕਿਆ ਰੂ ਆਵਣਾ। ਵੇਖੋ, ਬਰਾਬਰ ਦੇ ਬੰਦੇ ਨਾਲ ਸ਼ਰੀਕੇ ਬਾਜੀ ਕਰ ਸਕਦੇ ਹਾਂ। ਪਰਮਾਤਮਾ ਦੇ ਤੁਲ ਅਸੀਂ ਹੈ ਨਹੀਂ, ਤੇ ਜਦੋਂ ਆਪਣੇ ਤੋਂ ਤਕੜੇ ਨਾਲ ਸ਼ਰੀਕੇਬਾਜ਼ੀ ਕਰਾਂਗੇ ਤੇ ਰੋਣਾ ਪਵੇਗਾ, ਦੁੱਖ ਪੱਲੇ ਪੈਣਗੇ। ਜੋ ਦੇ ਸਹਿਣਾ ਮਣੇ ਕਹਿਣਾ, ਆਖ ਨਾਹੀ ਵਾਵਣਾ। ਦੇਖੋ, ਜੋ ਉਹ ਕਰਮਗਤ ਅਨੁਸਾਰ ਸੁੱਖ ਦੁੱਖ ਬਖਸ਼ਦਾ ਹੈ, ਉਹ ਪ੍ਰਵਾਨ ਕਰਨੇ ਚਾਹੀਦੇ ਨੇ ਖਿੜੇ ਮੱਥੇ। ਉੱਥੇ ਜ਼ੋਰ ਕਿਸੇ ਦਾ ਚੱਲਦਾ ਨਹੀਂ। ਤੋ ਕਹਿੰਦੇ ਐਵੇਂ ਵਾਧੂ ਦਾ ਬੋਲ ਕਬੋਲ ਕਰਨਾ ਇਹ ਕਿਸੇ ਕਾਰੇ ਨਹੀਂ ਆਉਂਦਾ। ਵਾਰੀ ਖਸਮ ਕਢਾਈ, ਕਿਰਤ ਕਮਾਵਣਾ। ਸੋ ਕਰਮਗਤ ਅਨੁਸਾਰ ਜਦੋਂ ਵਾਰੀ ਆ ਜਾਂਦੀ ਹੈ, ਫਿਰ ਇਹ ਮਨੁੱਖਾ ਜਾਮਾ ਜੋ ਬੜਾ ਕੀਮਤੀ ਹੈ ਸਾਨੂੰ ਮਿਲਦਾ ਏ। ਔਰ ਮਹਾਰਾਜ ਇਸ ਜਾਮੇ ਵਿੱਚ ਆਪਣੇ ਨਾਮ ਨਾਲ ਜੋੜ ਕੇ ਮੁਕਤੀ ਬਖਸ਼ ਦਿੰਦੇ ਹਨ। ਸਭ ਉਪਾਇਨ ਆਪ ਆਪੇ ਨਦਰ ਕਰੇ। ਪਰਮਾਤਮਾ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਫਿਰ ਨਿਗਾਹ ਕਿਰਪਾਮਈ ਕਰਕੇ ਸਭ ਦੀ ਪਰਵਰਿਸ਼ ਕਰਦਾ ਹੈ। ਕੌੜਾ ਕੋਈ ਨਾ ਮੰਗਾ, ਮੀਠਾ ਸਭ ਮੰਗਾ। ਹੁਣ ਉਹਦੀ ਨਜ਼ਰ ਵਿੱਚ ਕਦੇ ਸੁੱਖ ਮਿਲਦਾ ਹੈ, ਕਦੇ ਦੁੱਖ ਮਿਲਦਾ ਹੈ, ਪਰ ਬੰਦਾ ਜਦੋਂ ਵੀ ਮੰਗੇਗਾ ਮਿੱਠਾ ਹੀ ਮੰਗੇਗਾ, ਕੌੜਾ ਨਹੀਂ ਮੰਗਦਾ। ਕੋਈ ਵੀ ਸੁੱਖ ਹੀ ਮੰਗੇਗਾ, ਦੁੱਖ ਨਹੀਂ ਮੰਗਦਾ। ਇੱਥੇ ਅਸੀਂ ਭੁਲੇਖਾ ਖਾ ਜਾਂਦੇ ਹਾਂ ਵੀ ਸ਼ਾਇਦ ਅਸੀਂ ਸੁੱਖ ਮੰਗਿਆ ਹੈ ਤੇ ਸਦਾ ਸੁੱਖ ਰਹਿਣੇ ਨੇ। ਹਰ ਸੁੱਖ ਨੇ ਦੁੱਖ ਬਣਨਾ ਹੈ। ਤਾਂ ਗੁਰਮੁਖ ਜਨ ਕਹਿੰਦੇ ਨੇ ਅਸੀਂ ਮੰਗਣਾ ਹੀ ਛੱਡ ਦਿੱਤਾ ਹੈ,
ਆਨੰਦ ਵਿੱਚ ਰਹਿੰਦੇ ਆ। ਹੁਣ ਮੰਨ ਲਓ ਕਿਸੇ ਦੇ ਘਰ ਔਲਾਦ ਨਹੀਂ ਹੁੰਦੀ, ਉਹ ਮੰਗ ਲੈਂਦਾ ਹੈ ਬੱਚਾ ਹੋ ਜਾਵੇ, ਦੇਵਨੇਤ ਐਸੀ ਹੁੰਦੀ ਹੈ ਬੱਚੇ ਦੀ ਮੌਤ ਹੋ ਜਾਂਦੀ ਹੈ, ਉਹ ਸੁੱਖ ਦੁੱਖ ਵਿੱਚ ਬਦਲ ਗਿਆ। ਕਿਸੇ ਨੇ ਮਾਇਆ ਮੰਗੀ, 4 ਪੈਸੇ ਆ ਗਏ, ਟੱਪਣੋਂ ਨਹੀਂ ਹਟਦਾ, ਨੱਚਣੋਂ ਨਹੀਂ ਹਟਦਾ, ਜਦਨ ਹੱਥੋਂ ਖੁੱਸ ਗਈ ਕੰਧ ਵਿੱਚ ਟੱਕਰਾਂ ਮਾਰ ਕੇ ਮਰ ਜਾਂਦਾ ਬੰਦਾ। ਚੰਗੇ ਭੋਗ ਵਿਲਾਸ ਕਰਦਾ ਹੈ, ਚੰਗਾ ਭੋਜਨ ਛਕਦਾ ਹੈ, 2-4 ਸਾਲੀ ਡਾਕਟਰ ਵਾਰਨਿੰਗ ਦੇ ਦਿੰਦੇ ਨੇ ਵੀ ਤੇਰਾ ਭਾਂਡਾ ਭੱਜਣ ਵਾਲਾ ਹੈ, ਰੁੱਖੀ ਮਿੱਸੀ ਥੋੜ੍ਹੀ ਬਹੁਤੀ ਛਕਿਆ ਕਰ, ਇਹ ਭੋਗ ਸੋਗ ਬਣ ਜਾਵੇਗਾ ਨਹੀਂ ਤੇ। ਅਸੀਂ ਮੰਗਦੇ ਮਿੱਠਾ ਹਾਂ ਪਰ ਨਹੀਂ ਸਮਝਦੇ ਵੀ ਇਹਨੇ ਕੌੜਾ ਹੋ ਜਾਣਾ ਹੈ। ਸਭ ਕੋਏ ਮੀਠਾ ਮੰਗ ਦੇਖਾ, ਖਸਮ ਪਾਵੈ ਸੋ ਕਰੇ। ਪਰ ਮਿੱਠਾ ਮੰਗ ਕੇ ਹਾਸਲ ਕਰ ਲੈਣਾ ਇਹ ਵੀ ਸਾਡੇ ਹੱਥਾਂ ਵਿੱਚ ਨਹੀਂ ਹੈ। ਅਸੀਂ ਬੇਨਤੀ ਕਰ ਸਕਦੇ ਹਾਂ, ਹੁੰਦਾ ਉਹ ਹੈ ਜੋ ਖਸਮ ਨੂੰ ਪਾਉਂਦਾ ਹੈ। ਮਿੱਠਾ ਦਵੇ ਜਾਂ ਕੌੜਾ ਦਵੇ, ਸੁਖ ਦੇਵੇ ਜਾਂ ਦੁੱਖ ਦੇਵੇ, ਉਹੀ ਕਰਤਾ ਹੈ। ਕਿਛ ਪੁੰਨ ਦਾਨ ਅਨੇਕ ਕਰਨੀ, ਨਾਮ ਤੁਲ ਨਾ ਸਮਸਾਰੀ। ਮਹਾਰਾਜ ਕਹਿੰਦੇ ਬਸ ਇਸ ਤਰ੍ਹਾਂ ਕਰੋ, ਜੀਵਨ ਮਿਲਿਆ ਹੈ, ਨਾਮ ਰੂਪੀ ਪੁੰਨ ਖੱਟੋ, ਨਾਮ ਦਾ ਹੀ ਦਾਨ ਕਰੋ, ਨਾਮ ਦੇ ਨਾਲ ਹੀ ਮਨ ਦਾ ਇਸ਼ਨਾਨ ਕਰਵਾਓ। ਠੀਕ ਹੈ, ਤੁਸੀਂ ਕੋਈ ਵੀ ਕਰਮ ਧਰਮ ਕਰਦੇ ਹੋ, ਦਾਨ ਪੁੰਨ ਕਰਦੇ ਹੋ, ਚੰਗਾ ਹੈ, ਸ਼ੋਭਨੀਕ ਹੈ, ਪਰ ਨਾਮ ਦੇ ਤੁੱਲ ਕੋਈ ਵੀ ਕਰਮ ਧਰਮ ਨਹੀਂ ਹੈ। ਨਾਮ ਸਭਨਾ ਕਰਮਾਂ ਦਾ ਬਾਪ ਹੈ, ਨਾਮ ਦੇ ਨਾਲ ਹੀ ਮੁਕਤੀ ਹਾਸਲ ਹੁੰਦੀ ਹੈ। ਨਾਨਕਾ ਜਿਨ ਨਾਮ ਮਿਲਿਆ, ਕਰਮ ਹੋਆ ਧੁਰ ਕਦੇ। ਦੇਖੋ, ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋ ਗਿਆ, ਚੰਗੇ ਕਰਮਾਂ ਦੇ ਅਨੁਸਾਰ ਸ਼ਬਦ ਦੀ ਦਾਤ ਜਿਨ੍ਹਾਂ ਨੂੰ ਮਿਲ ਗਈ, ਮਹਾਰਾਜ ਕਹਿੰਦੇ ਉਹਨਾਂ ਦਾ ਹੀ ਜੀਵਨ ਸਫਲਾ ਹੈ। ਬਿਨਾਂ ਚੰਗੇ ਕਰਮਾਂ ਤੋਂ ਨਾਮ ਦੀ ਦਾਤ ਹਾਸਲ ਨਹੀਂ ਹੁੰਦੀ। ਬਾਕੀ ਸਭ ਦਾਤਾਂ ਮਿਲ ਜਾਂਦੀਆਂ ਹਨ। ਸਭ ਉਪਾਇਨ ਆਪ ਆਪੇ ਨਦਰ ਕਰੇ। ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਆਪ ਪੈਦਾ ਕੀਤੀ ਹੈ, ਆਪ ਹੀ ਸਾਰਿਆਂ ਦੀ ਪਰਵਰਿਸ਼ ਕਰਦਾ ਹੈ, ਆਪਣੀ ਨਦਰੇ ਨਿਆਮਤ ਹੇਠ ਰੱਖਦਾ ਹੈ। ਸੁੱਖ ਦੁੱਖ ਉਹਦੇ ਹੁਕਮ ਵਿੱਚ ਹੁੰਦੇ ਨੇ, ਆਉਂਦੇ ਹਰ ਇੱਕ ਦੇ ਜੀਵਨ ਵਿੱਚ ਨੇ, ਚਾਹੇ ਕੋਈ ਸੰਤ ਹੈ ਚਾਹੇ ਸਾਕਤ ਹੈ। ਇਹ 2 ਪਹਿਲੂ ਨੇ ਜ਼ਿੰਦਗੀ ਦੇ, ਵਸਤਰਾਂ ਵਾਂਗੂ ਬਦਲਦੇ ਰਹਿੰਦੇ ਆ, ਕਦੇ ਸੁੱਖ ਕਦੇ ਦੁੱਖ। ਤਾਂ ਤੁਸੀਂ ਆਖੋਗੇ ਫਿਰ ਬਾਣੀ ਪੜ੍ਹਨ ਦਾ ਕੀ ਫਾਇਦਾ ਜੇ ਦੁੱਖ ਆਉਣੇ ਹੀ ਆਉਣੇ ਨੇ। ਸੰਤ ਨੂੰ ਵੀ, ਸਾਕਤ ਨੂੰ ਤੇ ਮੰਨਿਆ, ਆ ਗਏ ਰੱਬ ਭੁੱਲਿਆ ਸੀ। ਫਰਕ ਇਹ ਹੈ ਵੀ ਜਿਵੇਂ ਕਿਸੇ ਨੂੰ ਦਰਦ ਹੋਵੇ ਨਾ, ਉਹ ਕੋਈ ਮੈਡੀਸਨ ਖਾ ਲਵੇ ਤੇ ਉਹਦਾ ਦਰਦ ਜਿਹੜਾ ਹੈ ਉਹ ਨੱਪਿਆ ਘੁੱਟਿਆ ਜਾਂਦਾ ਹੈ। ਤੋ ਜਿਹੜਾ ਦਵਾਈ ਨਹੀਂ ਖਾਂਦਾ ਉਹਦਾ ਸਿਰ ਉਸੇ ਤਰ੍ਹਾਂ ਹੀ ਫਟਦਾ ਰਹਿੰਦਾ ਹੈ। ਦਰਦ ਦੋਨਾਂ ਨੂੰ ਹੈ। ਨਾਮ ਦਾ ਨਸ਼ਾ, ਨਾਮ ਦੀ ਬਰਕਤ ਐਸੀ ਹੈ, ਦੁੱਖਾਂ ਵਿੱਚ ਵੀ ਆਨੰਦ ਹੀ ਰਹਿੰਦਾ ਹੈ। ਆਉਣੇ ਦੁੱਖ ਸੁੱਖ ਸਭ ਨੂੰ ਨੇ, ਇਹ ਨਾ ਭੁਲੇਖਾ ਰੱਖਿਓ ਵੀ ਮੈਂ ਸੁਖਮਣੀ ਪੜ੍ਹਦਾ ਤੇ ਦੁੱਖ ਨਹੀਂ ਆਉਣਾ। ਜਿਨ੍ਹਾਂ ਸੁਖਮਣੀ ਪ੍ਰਗਟ ਕੀਤੀ ਹੈ, ਗੁਰ ਅਰਜਨ ਪ੍ਰਤੱਖ ਹਰ, ਉਹਨਾਂ ਨੂੰ ਵੀ ਤਤੀ ਤਵੀ ਤੇ ਬਹਿਣਾ ਪਿਆ। ਦੇਵਨੇਤ ਐਸੀ ਹੈ, ਉਹ ਆਪ ਖੁਦ ਖੁਦਾ ਨੇ, ਪਰ ਤਤੀ ਤਵੀ ਤੇ ਬਹਿ ਕੇ ਵੀ ਸੀਤ ਰਹਿਣਾ, ਇਹ ਨਾਮ ਦੀ ਬਰਕਤ ਹੈ। ਸੋ ਨਾਮ ਜਪੋਗੇ ਤੇ ਸੁੱਖ ਦੁੱਖ ਨੂੰ ਸਮ ਕਰਕੇ ਜਾਣੋਗੇ, ਜ਼ਿੰਦਗੀ ਸੁਖਾਲੀ ਲੰਘੇਗੀ। ਜਦੋਂ ਸੁੱਖਾਂ ਸਹਿਤ ਜ਼ਿੰਦਗੀ ਲੰਘੀ, ਨਾਮ ਜਪਿਆ ਤੇ ਮੁਕਤੀ ਮਿਲੇਗੀ, ਲੋਕ ਪਰਲੋਕ ਸੌਰ ਜਾਵੇਗਾ। ਦਾਸ ਇੱਥੇ ਸ਼੍ਰੀ ਮੁਖਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਅੱਜ ਜੂਨ 1984 ਦੇ ਸਮੇਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਹਰਿਮੰਦਰ ਸਾਹਿਬ ਦੇ ਉੱਤੇ ਭਾਰਤ ਵਰਸ਼ ਦੀ ਹਕੂਮਤ ਵੱਲੋਂ ਰਾਣੀ ਬੀਬੀ ਇੰਦਰਾ ਗਾਂਧੀ ਵੱਲੋਂ ਫੌਜਾਂ ਭੇਜ ਕੇ ਹਮਲਾ ਕੀਤਾ ਗਿਆ, ਸਿੱਖ ਜਗਤ ਇਸ ਦਿਹਾੜੇ ਨੂੰ ਤੀਸਰੇ ਘੱਲੂ ਘਾਰੇ ਦੇ ਤੌਰ ਤੇ ਮਨਾਉਂਦਾ ਹੈ। ਔਰ ਅੱਜ ਸਮੁੱਚਾ ਪੰਥ ਸ਼੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋ ਰਿਹਾ ਹੈ। ਦੇਖੋ,
ਆਪਣੇ ਜ਼ਿਹਨ ਦੇ ਵਿੱਚ ਇਹ ਚੰਗੀ ਤਰ੍ਹਾਂ ਟਿਕਾ ਲਵੋ, ਇਸ ਇਤਿਹਾਸ ਨੂੰ ਚੰਗੀ ਤਰ੍ਹਾਂ ਮਨ ਵਿੱਚ ਬਿਠਾ ਲਵੋ। ਜਦੋਂ ਵੀ ਕਿਸੇ ਦੀਨ ਨੂੰ, ਮਜ਼ਹਬ ਨੂੰ ਹਰਿਆਂ ਭਰਿਆਂ ਰੱਖਣਾ ਹੁੰਦਾ ਹੈ ਨਾ, ਕਿਸੇ ਪੌਦੇ ਦੀ ਨਿਆਈ ਤੇ ਲਹੂ ਡੋਲਣਾ ਪੈਂਦਾ ਹੈ। ਕਿਸੇ ਵੀ ਕੌਮ ਨੇ ਅਗਰ ਦੁਨੀਆ ਤੇ ਪ੍ਰਫੁੱਲਤ ਰਹਿਣਾ ਕੀਤਾ ਹੈ ਤੇ ਲਹੂ ਜ਼ਰੂਰ ਡੋਲਣਾ ਪਿਆ ਹੈ। ਬਿਨਾਂ ਤੇਲ ਤੋਂ ਦੀਵਾ ਨਹੀਂ ਬਲਦਾ, ਬਿਨਾਂ ਸਿੰਚਾਈ ਤੋਂ ਬਾਗ ਹਰੇ ਭਰੇ ਨਹੀਂ ਰਹਿੰਦੇ। ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਨੇ ਆਪ ਆਪਣਾ ਲਹੂ ਡੋਲਿਆ, ਸਿੱਖੀ ਦੀਆਂ ਜੜ੍ਹਾਂ ਵਿੱਚ ਪਾਇਆ ਤੇ ਸਿੱਖੀ ਨੂੰ ਹਰਿਆਂ ਭਰਿਆਂ ਕੀਤਾ। ਇਸੇ ਤਰ੍ਹਾਂ ਹੀ ਸ਼ਹੀਦੀਆਂ ਦਾ ਦੌਰ ਚੱਲਦਾ ਰਿਹਾ। 10 ਲੱਖ ਦੇ ਕਰੀਬ ਸਿੱਖ ਜਗਤ ਦੇ ਅੰਦਰ ਸ਼ਹੀਦੀਆਂ ਨੇ। ਹੁਣ ਆਪਾਂ ਬਾਣੀ ਦੇ ਵਿੱਚ ਲਫ਼ਜ਼ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪ੍ਰੇਮ ਦੀ ਖਾਤਰ, ਧਰਮ ਦੀ ਖਾਤਰ ਸਿਰ ਦੇਣਾ ਪੈਂਦਾ ਹੈ। ਜਿਹੜੇ ਦੀਨ ਲਈ ਸਿਰ ਤਲੀ ਰੱਖ ਲੈਂਦੇ ਨੇ ਉਹਨਾਂ ਨੂੰ ਹੀ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੀ ਗਲੀ ਪ੍ਰਾਪਤ ਹੁੰਦੀ ਹੈ, ਮੇਰਾ ਘਰ ਪ੍ਰਾਪਤ ਹੁੰਦਾ ਹੈ। ਬਾਣੀ ਦਾ ਇਹ ਫਰਮਾਨ ਹੈ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਦੀਨ ਦੀ ਖਾਤਰ, ਗਰੀਬ ਦੀ ਖਾਤਰ, ਮਜ਼ਹਬ ਦੀ ਖਾਤਰ, ਧਰਮ ਦੀ ਖਾਤਰ ਪੁਰਜਾ ਪੁਰਜਾ ਹੋ ਜਾਣਾ, ਕੱਟੇ ਜਾਣਾ, ਵੱਡੇ ਜਾਣਾ, ਐਸੇ ਸੂਰੇ ਹੀ ਦੁਨੀਆ ਵਿੱਚ ਅਮਰ ਹੁੰਦੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਦੇ ਫਾਰਸੀ ਦੇ ਬੋਲ ਨੇ, ਦਰ ਹਰ ਦੋ ਕੌਣ ਗਰਦ ਨੇ ਉਹ ਸਰ ਬੁਲੰਦ ਸ਼ੁੱਧ, ਮਨਸੂਰਵਾਰ ਹਰ ਕੇ ਸੂਏਦਾਰ ਮੇਰ ਵੱਧ। ਜੇ ਚਾਹੁੰਦਾ ਹੈ ਲੋਕ ਪਰਲੋਕ ਵਿੱਚ ਸਿਰ ਉੱਚਾ ਹੋਵੇ ਤੇ ਮਨਸੂਰ ਵਾਂਗੂ ਸੱਚ ਦੀ ਖਾਤਰ ਸੂਲੀ ਚੜ੍ਹਨਾ ਸਿੱਖ ਲਾ। ਜਿਹੜੇ ਫਿਰ ਸੂਲੀ ਚੜ੍ਹਦੇ ਨੇ, ਸ਼ਹਾਦਤ ਦੀ ਅਵਧੀ ਮਾਣਦੇ ਨੇ, ਉਹਨਾਂ ਦਾ ਲੋਕ ਪਰਲੋਕ ਸੌਰ ਜਾਂਦਾ ਹੈ, ਜੈ ਜੈਕਾਰ ਹੁੰਦੀ ਹੈ। ਆਪਾਂ ਕੱਲ ਤੀਸਰੇ ਘੱਲੂ ਘਾਰੇ ਨਾਲ ਸੰਬੰਧਿਤ ਜੋ ਇਤਿਹਾਸ ਹੈ ਉਹਦੇ ਪਿਛੋਕੜ ਵਿੱਚ ਝਾਤ ਮਾਰ ਰਹੇ ਸਾਂ। ਸਿੱਖੀ ਸਿਧਾਂਤਾਂ ਦੀ ਬੇਅਦਬੀ ਕੀਤੀ ਗੁਰਬਚਨ ਸਿਉ ਨਿਰੰਕਾਰੀ ਨੇ, ਸਰਕਾਰਾਂ ਨੇ ਸਾਨੂੰ ਨਿਆਂ ਨਾ ਦਿੱਤਾ। ਮੰਜੀ ਸਾਹਿਬ ਤਕਰੀਰ ਕੀਤੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ, ਜੇ ਸਰਕਾਰਾਂ ਨਿਆਂ ਨਹੀਂ ਕਰਦੀਆਂ ਤੇ ਹਿਸਾਬ ਖਾਲਸਾ ਆਪ ਪੂਰਾ ਲੈ ਲਵੇਗਾ। ਤਾਂ ਉਹਨਾਂ ਦੇ ਅਲਫਾਜ਼ ਜਿਹੜੇ ਸਨ, ਮੁਰਦਿਆਂ ਵਿੱਚ ਰੂਹ ਫੂਕ ਦਿੰਦੇ ਸਨ। ਨਾਮ ਦਾ ਪ੍ਰਤਾਪ ਐਸਾ ਸੀ, ਪ੍ਰਭ ਜੀ ਵਸਾਏ ਸਾਧ ਕੀ ਰਸਨਾ। ਜਦੋਂ ਕੋਰਟ ਕਚਹਿਰੀਆਂ ਨੇ ਸਜ਼ਾ ਨਾ ਸੁਣਾਈ ਤਾਂ ਭਾਈ ਕਾਬਲ ਸਿੰਘ ਨੇ, ਗਿਆਨੀ ਰਣਜੀਤ ਸਿੰਘ ਨੇ ਫਿਰ ਕਮਰ ਕੱਸੇ ਕਰਕੇ ਗੁਰਬਚਨ ਸਿੰਘ ਨਿਰੰਕਾਰੀ ਨੂੰ ਤੁਰਕੀ ਟਿਕਟ ਦੇ ਦਿੱਤੀ 1980 ਦੇ ਵਿੱਚ। ਖੁਰਾ ਖੋਜ ਉਸ ਦਾ ਮਿਟਾ ਦਿੱਤਾ। ਔਰ ਉਸ ਕੇਸ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ, ਦ ਫਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਹੈ ਨਾ, 20 ਨਾਮ ਨਾਮਜ਼ਦ ਹੋਏ, ਜਿਨ੍ਹਾਂ ਵਿੱਚ ਸੰਤ ਭਿੰਡਰਾਂ ਵਾਲਿਆਂ ਦਾ ਵੀ ਨਾਮ ਸੀ ਵੀ ਇਹਨਾਂ ਦੇ ਬੋਲਾਂ ਕਰਕੇ ਹੀ ਪ੍ਰੇਰਨਾ ਮਿਲਦੀ ਹੈ, ਗਾਂਡੀਵ ਸੂਰੇ ਬਣਦੇ ਨੇ, ਇਹਨਾਂ ਦਾ ਹੱਥ ਹੈ ਕਤਲ ਦੇ ਵਿੱਚ। ਖੈਰ ਸਮਾਂ ਲੰਘਦਾ ਗਿਆ। ਸਾਡੇ ਅੰਦਰ ਇੱਕ ਚੀਸ ਸੀ 1947 ਤੋਂ ਲੈ ਕੇ ਵੀ ਸਾਨੂੰ ਪੰਜਾਬ ਲੰਗੜਾ ਮਿਲਿਆ ਹੈ, ਸਭ ਕੁਝ ਸਾਡਾ ਖੋਹ ਲਿਆ ਗਿਆ ਹੈ। ਸੋ ਹੱਕੀ ਮੰਗਾਂ ਦਾ ਇੱਕ ਮਤਾ ਤਿਆਰ ਕੀਤਾ ਗਿਆ, ਜਿਹਨੂੰ ਕਹਿੰਦੇ ਨੇ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ, ਜਿਹਨੂੰ ਅਨੰਦਪੁਰ ਦਾ ਮਤਾ ਕਹਿੰਦੇ ਹੋ। IAS ਸਰਦਾਰ ਕਪੂਰ ਸਿੰਘ ਹੋਣਾ ਇੱਕ ਲਿਖਤ ਤਿਆਰ ਕੀਤੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਨਰਲ ਇਜਲਾਸ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ। ਮੈਂ ਰੰਚਕ ਮਾਤਰ ਜ਼ਿਕਰ ਕਰ ਦੇਵਾਂ।
ਬੜਾ ਹਊਆ ਬਣਾਇਆ ਜਾਂਦਾ ਆਨੰਦਪੁਰ ਦੇ ਮਤੇ ਦਾ। ਅਸਲ ਇਹਦੇ ਵਿੱਚ ਦੋ ਪੱਖ ਸਨ, ਇੱਕ ਧਾਰਮਿਕ ਮੰਗਾਂ ਸਾਡੀਆਂ, ਇੱਕ ਰਾਜਸੀ ਮੰਗਾਂ। ਮੈਂ ਮੁੱਖ ਜਿਹੜੀਆਂ ਮੰਗਾਂ ਨੇ ਸਾਂਝੀਆਂ ਕਰ ਲਵਾਂ। ਇੱਕ ਮੰਗ ਇਹ ਸੀ ਵੀ ਸਿੱਖ ਧਰਮ ਵੱਖਰਾ ਰੈਕੋਗਨਾਈਜ਼ ਕੀਤਾ ਜਾਵੇ ਹਿੰਦੂ ਧਰਮ ਨਾਲੋਂ। ਨਾ ਹਮ ਹਿੰਦੂ ਨਾ ਮੁਸਲਮਾਨ, ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਪਲਕੇ ਉਠ ਹਰ ਨਾਮ ਤੇ ਆਵੈ। ਅਸੀਂ ਸਿੱਖ ਹਾਂ, ਬਾਕੀ ਠੀਕ ਹੈ ਅਸੀਂ ਹਿੰਦੂ ਮੁਸਲਮਾਨ ਸਭਨਾਂ ਦਾ ਅਦਬ ਕਰਦੇ ਹਾਂ। ਅਗਲੀ ਮੰਗ ਰੱਖੀ ਗਈ ਵੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਤੇ ਜਿਹੜੀ ਪਾਣੀਆਂ ਦੀ ਵੰਡ ਹੈ ਉਹ ਰਿਪੇਰੀਅਨ ਲਾਅ ਦੇ ਅਕੋਰਡਿੰਗ ਕੀਤੀ ਜਾਵੇ। ਪੰਜਾਬ ਦੇ ਪਾਣੀਆਂ ਦਾ ਪੰਜਾਬ ਨੂੰ ਮੁੱਲ ਦਿੱਤਾ ਜਾਵੇ। ਫਿਰ ਜਿਹੜੀ ਪੰਜਾਬੀ ਲੈਂਗੁਏਜ ਹੈ, ਜਿਹੜੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਹੀਂ ਮਿਲੇ, ਉੱਥੇ ਸੈਕਿੰਡ ਲੈਂਗੁਏਜ ਵੱਲੋਂ ਨਾਮਜ਼ਦ ਕੀਤੀ ਜਾਵੇ। ਤੋ ਇਹ ਵੀ ਡਿਮਾਂਡ ਰੱਖੀ ਗਈ ਵੀ ਸੈਂਟਰ ਗਵਰਨਮੈਂਟ ਜਿਹੜੀ ਹੈ ਉਹ ਪਾਵਰਾਂ ਬਹੁਤੀਆਂ ਆਪਣੇ ਹੱਥਾਂ ਵਿੱਚ ਰੱਖਦੀ ਹੈ, ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਇਹ ਸਮੁੱਚੀਆਂ ਸਟੇਟਸ ਦੇ ਲਈ ਹੀ ਇਹ ਮੰਗ ਜਿਹੜੀ ਸੀ ਰੱਖੀ ਗਈ ਸੀ। ਜਿਵੇਂ ਰਿਸ਼ੀਕੇਸ਼ ਹਰਿਦੁਆਰ ਹਿੰਦੂ ਵੀਰਾਂ ਦੀ ਪਾਕ ਨਗਰੀ ਹੈ, ਉੱਥੇ ਨਸ਼ਾ ਪੱਤਾ ਨਹੀਂ ਵਿਕਦਾ, ਇੱਦਾਂ ਅੰਮ੍ਰਿਤਸਰ ਸਾਹਿਬ ਨੂੰ ਵੀ ਨਸ਼ਾ ਮੁਕਤ ਕੀਤਾ ਜਾਵੇ, ਧਾਰਮਿਕ ਨਗਰੀ ਐਲਾਨਿਆ ਜਾਵੇ। ਹੋਰ ਨੌਜਵਾਨ ਵੀਰਾਂ ਦੇ ਲਈ ਵੀ ਇਹ ਮਤਾ ਸੀ ਵੀ ਜਿਨ੍ਹਾਂ BA MA ਕੀਤੀ ਹੈ, ਜਿੰਨਾ ਸਮਾਂ ਉਹਨਾਂ ਨੂੰ ਜੌਬ ਨਹੀਂ ਮਿਲਦੀ ਉਹਨਾਂ ਨੂੰ ਸਰਕਾਰ ਭੱਤਾ ਦੇਵੇ ਗੁਜ਼ਾਰੇ ਲਈ, ਉਹਨਾਂ ਦਾ ਰਹਿਣ ਵਸੇਬਾ ਚੱਲਦਾ ਰਹੇ। ਸੋ ਜਿਹੜੇ ਸਿੱਖ ਗੁਰੂਆਂ ਦੀ ਖਿਲਾਫਤ ਕਰਦੇ ਨੇ, ਨਿੰਦਾ ਕਰਦੇ ਨੇ, ਦੇਹਧਾਰੀ ਗੁਰੂ ਬਣੇ ਬੈਠੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ, ਉਹਨਾਂ ਨੂੰ ਨੱਥ ਪਾਈ ਜਾਵੇ, 302 ਦਾ ਮੁਕੱਦਮਾ ਉਹਨਾਂ ਤੇ ਚਲਾਇਆ ਜਾਵੇ, ਪੰਜਾਬ ਨੂੰ ਵੱਧ ਤੋਂ ਵੱਧ ਬਿਜਲੀ ਦਿੱਤੀ ਜਾਵੇ, ਬੜੇ ਬੜੇ ਕਾਰਖਾਨਿਆਂ ਨੂੰ ਫ੍ਰੀ ਬਿਜਲੀ ਦਿੱਤੀ ਜਾਵੇ। ਇਹ ਮੰਗ ਜਿਹੜੀ ਸੀ ਇਹ ਬਹੁਤੀ ਹਿੰਦੂ ਵੀਰਾਂ ਲਈ ਸੁਖਾਲੀ ਸੀ, ਕਿਉਂਕਿ ਕਾਰੋਬਾਰੀ ਉਹੀ ਨੇ, ਆਪਾਂ ਦੇ ਵਾਹੀ ਖੇਤੀ ਵਾਲੇ ਆ ਬਹੁਤੇ। ਰੁਜ਼ਗਾਰ ਪੰਜਾਬ ਦੇ ਵਿੱਚ ਵਧੇ। ਮੈਨੂੰ ਕਿਧਰੇ ਵੀ ਕੋਈ ਐਸੀ ਮੰਗ ਆਨੰਦਪੁਰ ਦੇ ਮਤੇ ਵਿੱਚ ਨਜ਼ਰ ਹੀ ਨਹੀਂ ਆਉਂਦੀ ਜਿਹੜੀ ਪੜ੍ਹ ਕੇ ਜਾਪੇ ਵੀ ਇਹ ਵੱਖਵਾਦੀ, ਇਹ ਅੱਤਵਾਦੀਆਂ ਵਾਲਾ ਮਤਾ ਸੀ। ਮਤਾ ਪ੍ਰਗਟ ਹੋਇਆ ਹੈ। ਸੈਂਟਰ ਗਵਰਨਮੈਂਟ ਨੇ, ਇੰਦਰਾ ਗਾਂਧੀ ਨੇ ਪੰਜਾਬ ਨਾਲ ਜੋ ਹੋ ਰਿਹਾ ਵਿਤਕਰਾ ਸੀ ਉਸ ਨੂੰ ਖਤਮ ਕਰਨ ਦੀ ਬਜਾਏ, ਸਾਨੂੰ ਹੱਕ ਦੇਣ ਦੀ ਬਜਾਏ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਸੁੱਟਣ ਦਾ ਪ੍ਰੋਗਰਾਮ ਉਲੀਕਿਆ ਹੈ। ਜਦੋਂ ਕੋਈ ਮੰਗ ਨਾ ਮੰਨੀ ਗਈ, ਅਖੀਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਧਰਮ ਯੁੱਧ ਮੋਰਚੇ ਦਾ ਆਗਾਜ਼ ਅਗਸਤ 1982 ਵਿੱਚ ਕਰ ਦਿੱਤਾ ਗਿਆ। ਇਸ ਮੋਰਚੇ ਵਿੱਚ ਕੀ ਹੁੰਦਾ ਸੀ, ਸੰਗਤਾਂ ਬੋਲੀ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੇ ਲਈ ਜਥਿਆਂ ਵਿੱਚ ਚੱਲਦੀਆਂ ਸਨ। ਇੱਥੋਂ ਮੰਜੀ ਸਾਹਿਬ ਤੋਂ ਗ੍ਰਿਫਤਾਰੀ ਦਿੰਦੀਆਂ ਸਨ, ਜੇਲ੍ਹਾਂ ਭਰੀਆਂ ਜਾ ਰਹੀਆਂ ਸਨ। ਔਰ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੇ ਆਗੂਆਂ ਨੇ ਸੰਗਤਾਂ ਸਮੇਤ ਖਲੋ ਕੇ ਅਰਦਾਸ ਬੇਨਤੀ ਕੀਤੀ ਸੀ ਵੀ ਜਿੰਨਾ ਚਿਰ ਆਨੰਦਪੁਰ ਸਾਹਿਬ ਦੇ ਮਤੇ ਵਿਚਲੀਆਂ ਮੰਗਾਂ ਸਰਕਾਰ ਕੋਲੋਂ ਮਨਵਾਈਆਂ ਨਹੀਂ ਜਾਂਦੀਆਂ, ਕੋਈ ਪਿੱਛੇ ਕਦਮ ਨਹੀਂ ਹਟੇਗਾ, ਸੰਘਰਸ਼ ਜਾਰੀ ਰਹੇਗਾ, ਪ੍ਰੋਟੈਸਟ ਪੋਲੀਟੀਕਲੀ ਚੱਲਦੇ ਰਹਿਣਗੇ, ਪੀਸਫੁਲ ਪ੍ਰੋਟੈਸਟ ਜਾਰੀ ਰੱਖਾਂਗੇ, ਵਿਰੋਧ ਕਰਦੇ ਰਵਾਂਗੇ। ਪੋਲੀਟੀਕਲ ਡੈਮੋਨਸਟ੍ਰੇਸ਼ਨਸ ਚੱਲ ਪਈਆਂ, ਪ੍ਰਦਰਸ਼ਨ ਹੋਣ ਲੱਗੇ। ਇੰਦਰਾ ਗਾਂਧੀ ਨੇ ਸਖਤਾਈ ਕਰ ਦਿੱਤੀ, ਕੁਝ ਲੀਡਰ ਕਦਮ ਪਿੱਛੇ ਪੁੱਟਣ ਲੱਗ ਪਏ, ਕੁਝ ਲੀਡਰ ਟਿਕੇ ਰਹੇ ਤੇ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਸੂਰੇ ਅਡਿਗ ਅਡੋਲ ਸੂਰਬੀਰ ਬਚਨ ਕੇ ਬਲੀ ਹਾਮੂ ਮਰਦ ਬਾਇਦ ਸ਼ਬਦ ਸੁਖਨਵਰ ਨਾ ਸ਼ਿਕਮੇ ਦਿਗਰ ਦਰਦਾ ਹਾਨੇ ਦਿਗਰ। ਐਸੇ ਮਰਦ ਸਨ ਜੋ ਗਲੂਏ ਵਿੱਚ ਹੈ ਉਹੀ ਢਿੱਡ ਵਿੱਚ, ਜੋ ਗਲ ਵਿੱਚ ਹੈ ਉਹੀ ਪੇਟ ਵਿੱਚ। ਭਾਵ ਦੋ ਖਾਨੇ ਨਹੀਂ ਹੁੰਦੇ ਮਰਦਾਂ ਦੇ ਵੀ, ਢਿੱਡ ਵਿੱਚ ਬਚਨ ਕੋਈ ਹੋਰ ਰੱਖਣਾ ਤੇ ਜ਼ੁਬਾਨ ਤੇ ਕੋਈ ਹੋਰ। ਉਹ ਅੜੇ ਰਹੇ, ਅਡੋਲ ਰਹੇ।
ਹੁਣ ਸੰਤ ਭਿੰਡਰਾਂ ਵਾਲਿਆਂ ਨੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਹੋਰਾਂ ਆਗੂਆਂ ਨੂੰ ਨਾਲ ਲੈ ਕੇ ਬੜੇ ਬੜੇ ਪ੍ਰੋਗਰਾਮ ਉਲੀਕੇ ਔਰ ਸੰਤਾਂ ਦੀ ਬੋਲ ਬਾਣੀ ਐਸੀ ਸੀ, ਉਹਨਾਂ ਦੀ ਬਾਣੀ ਵਿੱਚ ਅਸਰ ਐਸਾ ਸੀ, ਲੋਕਪ੍ਰਿਯਤਾ ਵੱਧ ਗਈ। ਮੰਜੀ ਸਾਹਿਬ ਹਜ਼ਾਰਾਂ ਦੇ ਇਕੱਠ ਹੋਣ ਲੱਗੇ, ਦੇਸ਼ਾਂ ਦੇਸ਼ਾਂਤਰਾਂ ਤੋਂ ਸੰਗਤਾਂ ਆਉਣ ਲੱਗੀਆਂ ਔਰ ਪੰਜਾਬ ਤੋਂ ਬਾਹਰ ਜਿੱਥੇ ਵੀ ਸੰਤ ਜਾਂਦੇ ਨੇ ਹਜ਼ਾਰਾਂ ਦੇ ਇਕੱਠ ਹੁੰਦੇ ਨੇ। UNO ਤੱਕ ਜੋ ਹਿਊਮਨ ਰਾਈਟਸ ਦੀ ਪਹਿਰੇਦਾਰ ਸਮਝੀ ਜਾਂਦੀ ਹੈ, ਆਵਾਜ਼ ਬੁਲੰਦ ਹੋਈ। ਇੰਦਰਾ ਗਾਂਧੀ ਦੀ ਬਦਖੋਈ ਗਲੋਬਲ ਲੈਵਲ ਤੇ ਦੁਨੀਆ ਵਿੱਚ ਹੋਣ ਲੱਗ ਪਈ ਵੀ ਇਹ ਧੱਕੋਜ਼ੂਰੀ ਕਰਦੀ ਹੈ। ਜਦੋਂ ਵਿਰੋਧ ਵੱਧਦਾ ਗਿਆ, ਇੰਦਰਾ ਗਾਂਧੀ ਦੇ ਲਈ ਮੁਸ਼ਕਲ ਖੜੀ ਹੁੰਦੀ ਗਈ। ਦੂਸਰਾ, ਉਦੋਂ ਹਾਲਾਤ ਕੁਝ ਐਸੇ ਸਨ, ਰਾਜਸੀ ਤੌਰ ਤੇ ਕਾਂਗਰਸ ਦੀ ਇੰਦਰਾ ਗਾਂਧੀ ਦੀ ਜਿਹੜੀ ਕੁਰਸੀ ਸੀ ਉਹ ਡੋਲ ਰਹੀ ਸੀ। ਅਗਲੀਆਂ ਇਲੈਕਸ਼ਨਾਂ 1984 ਵਿੱਚ ਆ ਰਹੀਆਂ ਸਨ, ਤਾਂ ਉਹਨਾਂ ਨੂੰ ਜਿੱਤਣਾ ਵੀ ਇਹਦੇ ਲਈ ਬੜਾ ਮੁਸ਼ਕਿਲ ਹੋ ਗਿਆ ਸੀ। ਸੋ ਆਪਣੇ ਥਿੰਕ ਟੈਂਕ ਦੇ ਨਾਲ ਬੈਠ ਕੇ ਇਹਨੇ ਵਿਚਾਰ ਘੜੀ ਹੈ। ਇੱਕ ਦੇ ਸਿੱਖ ਜਗਤ ਨੇ ਨੱਕ ਵਿੱਚ ਦਮ ਕੀਤਾ ਹੋਇਆ ਹੈ, ਦੂਸਰਾ ਇਲੈਕਸ਼ਨ ਸਿਰ ਤੇ ਆ ਰਹੀ ਹੈ, ਵਿਪਕਸ਼ ਖਿਲਾਫਤ ਬੜੀ ਕਰ ਰਿਹਾ ਹੈ, ਮੇਰੀ ਇਮੇਜ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ, ਹਿਊਮਨ ਰਾਈਟਸ ਦੇ ਪਹਿਰੇਦਾਰ ਵੀ ਮੇਰੀ ਖਿਲਾਫਤ ਕਰਨ ਲੱਗ ਪਏ ਨੇ। ਕੋਈ ਹੱਲ ਕੱਢਿਆ ਜਾਵੇ, ਇੱਕ ਤੀਰ ਦੇ ਨਾਲ ਕਈ ਸ਼ਿਕਾਰ ਹੋ ਜਾਣ, ਕੁਰਸੀ ਵੀ ਮਿਲ ਜਾਵੇ, ਗਲੋਬਲ ਲੈਵਲ ਤੇ ਬੱਲੇ ਬੱਲੇ ਵੀ ਹੋ ਜਾਵੇ। ਸੋ ਇਹਦੇ ਥਿੰਕ ਟੈਂਕ ਨੇ, ਭਾਰਤੀ ਏਜੰਸੀਜ਼ ਨੇ ਇਹ ਵਿਚਾਰ ਕੀਤੀ ਹੈ ਵੀ ਇਹਦਾ ਹੱਲ ਤੇ ਫਿਰ ਇਹ ਹੈ, ਆਨੰਦਪੁਰ ਸਾਹਿਬ ਦੇ ਮਤੇ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਵੱਖਵਾਦੀ ਅੱਤਵਾਦੀ ਦਰਸਾ ਦਿੱਤਾ ਜਾਵੇ। ਭਾਰਤ ਵਰਸ਼ ਵਿੱਚ ਬਹੁਤੀ ਵੋਟ ਹਿੰਦੂ ਵੀਰਾਂ ਦੀ ਹੈ, ਤੋਂ ਉਹਨਾਂ ਦੇ ਜ਼ਿਹਨ ਵਿੱਚ ਇਹ ਬਿਠਾ ਦਿੱਤਾ ਜਾਵੇ ਵੀ ਸੰਤ ਜਰਨੈਲ ਸਿੰਘ ਅੱਤਵਾਦੀ ਨੇ, ਜੋ ਦੇਸ਼ ਨੂੰ ਲੀਰੋ ਲੀਰ ਕਰਨਾ ਚਾਹੁੰਦੇ ਨੇ, ਦੇਸ਼ ਨੂੰ ਚੀਰਨਾ ਚਾਹੁੰਦੇ ਨੇ। ਔਰ ਆਨੰਦਪੁਰ ਦਾ ਮਤਾ ਐਸਾ ਹੈ ਜਿਹੜਾ ਹਿੰਦੂਆਂ ਦਾ ਖੁਰਾ ਖੋਜ ਮਿਟਾ ਦੇਵੇਗਾ। ਤੋ ਕੀ ਆਂਦੇ ਹੁੰਦੇ ਵੀ 100 ਵਾਰ ਕੁਫਰ ਤੋਲੋ, ਝੂਠ ਬੋਲੋ ਤੇ ਲੋਕਾਂ ਨੂੰ ਸੱਚ ਜਾਪਣ ਲੱਗ ਪੈਂਦਾ ਹੈ। ਸੰਤ ਜਰਨੈਲ ਸਿੰਘ ਹੁਣਾਂ ਨੂੰ, ਸਿੱਖ ਆਗੂਆਂ ਨੂੰ, ਸੰਸਥਾਵਾਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਨੰਦਪੁਰ ਸਾਹਿਬ ਦੇ ਮਤੇ ਨੂੰ ਡਿਫੇਮ ਕਰਨਾ ਆਰੰਭ ਕੀਤਾ ਹੈ ਮੀਡੀਏ ਰਾਹੀਂ ਇੰਦਰਾ ਗਾਂਧੀ ਨੇ। ਔਰ ਜਦੋਂ ਵਾਰ-ਵਾਰ ਮੀਡੀਆ ਉਹੀ ਬਿਆਨਬਾਜ਼ੀ ਕਰੀ ਗਿਆ ਤੇ ਸਾਡੇ ਭਾਰਤ ਵਰਸ਼ ਦੇ ਲੋਕਾਂ ਦੇ ਜ਼ਿਹਨ ਵਿੱਚ ਇਹ ਟਿਕ ਗਿਆ ਵੀ ਵਾਕਿਆ ਹੀ ਸੰਤ ਜਰਨੈਲ ਸਿੰਘ ਅੱਤਵਾਦੀ ਨੇ, ਵੱਖਵਾਦੀ ਨੇ। ਆਨੰਦਪੁਰ ਦਾ ਮਤਾ ਦੇਸ਼ ਨੂੰ ਪਾੜਨ ਦੀ ਗੱਲ ਕਰਦਾ ਹੈ, ਹਿੰਦੂਆਂ ਲਈ ਮੁਸ਼ਕਲ ਖੜੀ ਹੋ ਜਾਵੇਗੀ। ਸੋ ਜਦੋਂ ਲੋਕਾਂ ਦੇ ਮਨ ਵਿੱਚ ਇਹ ਬੈਠ ਗਿਆ, ਜੋ ਇੰਦਰਾ ਗਾਂਧੀ ਚਾਹੁੰਦੀ ਸੀ, ਉਸੇ ਪਲੈਨਿੰਗ ਦੇ ਅਨੁਸਾਰ ਸਾਰਾ ਕੁਝ ਚੱਲਦਾ ਗਿਆ। ਖੈਰ, ਸਿੱਖ ਆਪਣਾ ਸੰਘਰਸ਼ ਕਰਦੇ ਜਾ ਰਹੇ ਸਨ। ਬੜੀ ਕੌਮ ਬਾਹੂਬਲ ਦੇ ਨਾਲ ਆਪਣੇ ਸੰਘਰਸ਼ ਦੇ ਵਿੱਚ ਰੁੱਝੀ ਹੋਈ ਸੀ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਬੜੇ ਬੜੇ ਵਿਦਵਾਨਾਂ ਨੂੰ ਪੜ੍ਹਦੇ ਹਾਂ, ਕਈ ਕਹਿ ਦਿੰਦੇ ਨੇ ਜੇ ਸੰਤ ਜਰਨੈਲ ਸਿੰਘ ਹੋਣੀ ਸਿੱਖ ਜੁਝਾਰੂ ਹਥਿਆਰ ਲੈ ਕੇ ਅਕਾਲ ਤਖਤ ਸਾਹਿਬ ਨਾ ਬੈਠੇ ਹੁੰਦੇ, ਸ਼ਾਇਦ ਇਹ ਤੀਸਰਾ ਘੱਲੂਘਾਰਾ ਟਲ ਜਾਂਦਾ, ਸ਼ਾਇਦ ਇਹ ਹਮਲਾ ਨਾ ਹੁੰਦਾ। ਸਾਨੂੰ ਇਸ ਗੱਲ ਦੀ ਰੰਚਕ ਮਾਤਰ ਵੀ ਸਮਝ ਨਹੀਂ ਹੈ। ਇਹ ਹਮਲਾ ਟਲਣਾ ਨਹੀਂ ਸੀ। ਅਸਲ ਦੇ ਵਿੱਚ ਜਿੰਨੇ ਵੀ ਜਾਨ ਤਲੀ ਤੇ ਰੱਖ ਕੇ ਸ਼ਸਤਰ ਲੈ ਕੇ ਅਕਾਲ ਤਖਤ ਸਾਹਿਬ ਸਾਡੇ ਗੁਰਮੁਖ ਪਿਆਰੇ ਸਿੰਘ ਹਰਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਰਹਿੰਦੇ ਸਨ, ਇਹ ਸ਼੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਦੀ ਹਿਫਾਜ਼ਤ ਲਈ ਹਥਿਆਰ ਲੈ ਕੇ ਬੈਠੇ ਸਨ, ਨਾ ਕਿ ਇਹਨਾਂ ਕਰਕੇ ਭਾਰਤ ਦੀ ਹਕੂਮਤ ਨੇ ਹਮਲਾ ਕੀਤਾ ਸੀ।
मैं तुहाडे नाल बड़े बड़े विद्वान लोकां दीयां लिखतां साझीਆਂ करांगा, कोई भावना विच नहीं मैं कह रहा। सो वेखो जदों घर ते हमला हुंदा है ना, फिर आपां सैल्फ डिफेंस लई हथियार उठा लैने आ। हुण हालात ऐसे बनते जा रहे सन, मंजी साहिब तो अकाल तख्त तो जथे चल के जा रहे सन, जेलां भर रहीआं सन, लोकाई जिहड़ी सी सिक्कां दे हक विच खलो रही सी, तो दूसरी तरफ इंदिरा गांधी मीडिए दे राही कुफर तोल रही सी दुनिया दे अंदर। हुण उहदे ज़हन दे विच इह विचार सी भी ये भारत वर्ष दे लोकां दे सावें संत जरनैल सिंह अतवादी वखवादी साबित हो चुके ने, इन्हां दे हुण हमला करके इन्हां दा खुरा खोज मिटावां, इन्हां दी नस्ल कुशी करां, 3 पीढ़ियां सिखां दियां बुजुर्ग जवान बच्चे मार मुकावां और भारत वर्ष की बहुतात गिणती जो हिंदुआं दी है ਉਹਦੇ ਸਾਵੇਂ ਇਹ ਗਾਥਾ ਪ੍ਰਚਲਿਤ ਹੋ ਜਾਵੇ ਵੀ ਬੀਬੀ ਇੰਦਰਾ ਗਾਂਧੀ ਤੇ ਦੇਵੀ ਦੁਰਗਾ ਹੈ ਜਿਨੇ ਦੇਸ਼ ਨੂੰ ਚੀਰਨ ਵਾਲੇ ਰਾਖਸ਼ਾਂ ਦਾ ਵੱਧ ਕੀਤਾ ਹੈ। ਜਦੋਂ ਤੁਸੀਂ ਵਿਦਵਾਨ ਜਨਾਂ ਨੂੰ ਪੜ੍ਹਦੇ ਹੋ, ਆਗੂਆਂ ਨੂੰ ਪੜ੍ਹਦੇ ਹੋ ਨਾ, तो तुहानू ये समझ पवेगी एक बड़े वड्डे ऑफिसर सन SK सिन्हा, आर्मी दे चीफ ने। इंदिरा गांधी ने इन्हां नू हुक्म कीता सी भी तुसीं ये कार्रवाई नू अंजाम देना है, हरमंदर साहिब ते अटैक करना है। ਜਿਹੜੇ ਕਹਿ ਦਿੰਦੇ ਨਾ ਵੀ ਸੰਤ ਹਥਿਆਰ ਲੈ ਕੇ ਨਾ ਬੈਠਦੇ ਤੇ ਹਮਲਾ ਨਾ ਹੁੰਦਾ, ਕਦੇ ਧਿਆਨ ਨਾਲ ਇਤਿਹਾਸ ਵਾਚਿਓ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਿੱਖ ਆਗੂਆਂ ਦੇ ਸਮੇਤ ਪੱਕੇ ਤੌਰ ਤੇ 83 ਦੇ ਅਖੀਰ ਵਿੱਚ ਔਰ 1984 ਦੇ ਸ਼ੁਰੂ ਵਿੱਚ ਇੱਥੇ ਟਿਕਦੇ ਨੇ ਅਕਾਲ ਤਖਤ ਸਾਹਿਬ। अगस्त 1982 ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਹੁੰਦਾ ਹੈ, ਉਹਦੇ ਤੋਂ 2-3 ਮਹੀਨੇ ਬਾਅਦ ਹੀ ਚਕਰਾਤਾ ਦੇ ਵਿੱਚ ਤੇ ਸਰਸਵਾ ਦੇ ਵਿੱਚ ਹਰਮੰਦਰ ਸਾਹਿਬ ਦਾ ਇੱਕ ਮਾਡਲ ਤਿਆਰ ਕਰਕੇ BSF ਨੂੰ, ਆਰਮੀ ਨੂੰ, 에ਅਰ ਫੋਰਸ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜੂਨ 1984 ਤੋਂ 18 ਮਹੀਨੇ ਪਹਿਲਾਂ ਹੀ ਤਿਆਰੀ ਕੀਤੀ ਜਾ ਰਹੀ ਹੈ। ਜਦੋਂ ਕੋਈ ਇਹ ਸ਼ਸਤਰਾਂ ਦਾ ਮਸਲਾ ਨਹੀਂ ਸੀ, ਹਥਿਆਰਾਂ ਦਾ ਮਸਲਾ ਨਹੀਂ ਸੀ, ਤੁਹਾਡੀ ਨਸਲਕੁਸ਼ੀ ਕਰਨੀ ਸੀ। ਸਿੱਖ ਆਗੂ ਸੰਤ ਜਰਨੈਲ ਸਿੰਘ ਵਰਗੇ ਇਸ ਨਸਲਕੁਸ਼ੀ ਦੇ ਅਤੇ ਇੰਦਰਾ ਗਾਂਧੀ ਦੇ ਦਰਮਿਆਨ ਹਥਿਆਰ ਲੈ ਕੇ ਦੀਵਾਰ ਬਣ ਕੇ ਖਲੋਣ ਲਈ ਉਤਾਵਲੇ ਸਨ। ਤੁਹਾਨੂੰ ਲੱਗਦਾ ਹੈ ਵੀ ਸ਼ਾਇਦ ਹਥਿਆਰਾਂ ਕਰਕੇ ਹਮਲਾ ਹੋਇਆ, ਨਹੀਂ। ਅਹਿਮਦ ਸ਼ਾਹ ਅਬਦਾਲੀ ਦੇ ਨਕਸ਼ੇ ਕਦਮਾਂ ਤੇ ਬੀਬੀ ਇੰਦਰਾ ਗਾਂਧੀ ਚੱਲ ਰਹੀ ਸੀ। ਜਦੋਂ ਤੁਸੀਂ ਜਰਨਲ ਸਿन्हा ਨੂੰ ਪੜ੍ਹੋਗੇ ਨਾ, ਉਹ ਇੱਕ ਗੱਲ ਕਰਦੇ ਨੇ, ਉਹ ਕਹਿੰਦੇ ਦੇਖੋ ਅਸਲ ਦੇ ਵਿੱਚ ਬੀਬੀ ਇੰਦਰਾ ਨੇ ਆਪਣੀ ਈਗੋ ਦੇ ਸਹਿ ਤੇ ਤਿਆਰੀ ਕਰ ਲਈ ਸੀ ਵੀ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਹੈ। ਜਿਹੜੇ ਵਾਰ-ਵਾਰ ਇਹ ਆਪਣੀਆਂ ਹੱਕੀ ਮੰਗਾਂ ਲਈ ਸਿਰ ਉਠਾਉਂਦੇ ਨੇ, ਇਹਨਾਂ ਨੂੰ ਮੈਂ ਦੁਨੀਆ ਤੇ ਰਹਿਣ ਨਹੀਂ ਦੇਣਾ, ਇਹਨਾਂ ਦਾ ਮੈਂ ਖਾਤਮਾ ਕਰ ਦੇਣਾ ਹੈ। तो वो जरनल सिन्हा इंग्लिश दे विच कहंदा है, वो कहंदा है भी मैनू इस गल दी हैरानी है सिख गुमराह क्यों हो जाते ने। कहंदा असल दे विच संत अकाल तख्त साहिब दी हिफाजत दे लई बैठे होए सन। बीबी इंदिरा गांधी अकाल तख्त साहिब नू ढाउण लई उतावली होई बैठी सी। ਉਹ ਕਹਿੰਦਾ ਮੈਂ ਇੱਕ ਗੱਲ ਸਾਰਿਆਂ ਦੇ ਨਾਲ ਸਾਂਝੀ ਕਰਦਾ ਹਾਂ ਵੀ ਜਦੋਂ ਇੰਦਰਾ ਗਾਂਧੀ ਨੇ ਮੈਨੂੰ ਆਖਿਆ ਵੀ ਤੁਸੀਂ ਆਰਮੀ ਲੈ ਕੇ ਹਮਲਾ ਕਰਨਾ ਹੈ, ਤਾਂ ਮੈਂ ਇੰਦਰਾ ਗਾਂਧੀ ਨੂੰ ਜਵਾਬ ਦੇ ਦਿੱਤਾ ਸੀ ਔਰ ਮੈਂ ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਲਈ ਵੀ ਮੈਂ ਇਹ ਪਾਪ ਨਹੀਂ ਕਮਾ ਸਕਦਾ।
ਮੈਂ ਹਰਮੰਦਰ ਸਾਹਿਬ ਤੇ ਹਮਲਾ ਨਹੀਂ ਕਰ ਸਕਦਾ। 1983 ਵਿੱਚ ਹੀ ਰਿਟਾਇਰਮੈਂਟ ਲੈ ਲੈਂਦਾ ਹੈ। ਤੋ ਮੈਂ ਤਰਕ ਕਰਨ ਵਾਲਿਆਂ ਨੂੰ ਪੁੱਛਦਾ ਹਾਂ, ਜਨਰਲ ਸਿਨਹਾ ਕਹਿ ਰਹੇ ਨੇ ਇਟ ਵਾਸ ਨੈਵਰ ਅ ਲਾਸਟ ਆਪਸ਼ਨ ਬਟ ਕਲੀਅਰ ਈਗੋ ਆਫ ਇੰਦਰਾ ਗਾਂਧੀ। ਉਹ ਆਰਮੀ ਚੀਫ ਕਹਿੰਦਾ ਹੈ ਹੰਕਾਰ ਸੀ ਇੰਦਰਾ ਗਾਂਧੀ ਦਾ, ਇਹ ਅਖੀਰਲੀ ਆਪਸ਼ਨ ਨਹੀਂ ਸੀ, ਇਹ ਅਖੀਰਲਾ ਹਥਿਆਰ ਨਹੀਂ ਸੀ ਹਮਲਾ ਕਰਨਾ। ਹਜੇ ਮੌਕੇ ਸਨ, ਬਿਜਲੀ ਕੱਟ ਦਿੱਤੀ ਜਾਂਦੀ ਹਰਮੰਦਰ ਸਾਹਿਬ ਕੰਪਲੈਕਸ ਦੀ, ਪਾਣੀ ਦੀ ਸਪਲਾਈ ਕੱਟ ਦਿੱਤੀ ਜਾਂਦੀ, ਸੀਜ਼ ਕਰ ਦਿੱਤਾ ਜਾਂਦਾ, ਗੋਲੀਆਂ ਟੈਂਕਾਂ ਦੇ ਗੋਲੇ ਨਾ ਚਲਾਏ ਜਾਂਦੇ ਤੇ ਕਿੰਨਾ ਸਮਾਂ ਸਿੰਘ ਅੰਦਰ ਰਹਿੰਦੇ। ਉਹ ਕਹਿੰਦਾ ਮੈਂ ਇਸ ਲਈ ਕਹਿ ਰਿਹਾ ਹਾਂ ਬਿਕੋਜ਼ ਸੰਤ ਭਿੰਡਰਾਂਵਾਲੇ ਐਂਡ ਹਿਜ਼ ਐਸੋਸੀਏਟਸ ਹਿਜ਼ ਸਪੋਰਟਰਸ ਵਰ ਔਨ ਡਿਫੈਂਸਿਵ ਮੋਡ, ਦੇ ਵਰ ਨਾਟ ਅਟੈਕਿੰਗ। ਉਹ ਹਮਲਾ ਨਹੀਂ ਸੀ ਕਰ ਰਹੇ ਸੰਤ ਜਰਨੈਲ ਸਿੰਘ ਤੇ ਉਹਦੇ ਸਾਥੀ, ਉਹ ਡਿਫੈਂਸਿਵ ਮੋਡ ਤੇ ਸੀ ਵੀ ਜੇ ਹਮਲਾ ਹੋਵੇਗਾ ਹਰਮੰਦਰ ਸਾਹਿਬ ਅਕਾਲ ਤਖਤ ਤੇ ਅਸੀਂ ਹਥਿਆਰ ਫਿਰ ਉਠਾ ਕੇ ਮੁਕਾਬਲਾ ਕਰਨਾ ਹੈ, ਪਹਿਲ ਨਹੀਂ ਕਰਨੀ। ਨਾਲੇ ਸਾਨੂੰ ਹੁਕਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਬਲਾਚਾਰਗੀ ਦਰਮਿਆ ਆਮਦਮ ਬਾਤ ਤਦਬੀਰ ਤੀਰੋ ਤੁਫੰਗ ਆਮਦਮ। ਲਾਚਾਰ ਹੋ ਕੇ ਸਿੱਖ ਸ਼ਸਤਰ ਚੁੱਕਦਾ ਹੈ, ਕੋਈ ਲਹੂ ਵਹਾਉਣ ਦਾ ਸ਼ੌਂਕ ਨਹੀਂ ਹੈ ਸਿੱਖਾਂ ਨੂੰ, ਸੈਲਫ ਡਿਫੈਂਸ ਲਈ ਮਾਨਵਤਾ ਲਈ ਹਥਿਆਰ ਚੁੱਕਦਾ ਹੈ ਸਿੱਖ। ਤਾਂ ਉਹ ਸਿਨਹਾ ਕਹਿੰਦੇ ਨੇ ਇੰਦਰਾ ਗਾਂਧੀ ਹੈਡ ਬੀਨ ਕੰਸੀਡਰਿੰਗ ਦਾ ਆਪਰੇਸ਼ਨ ਫॉर ਮੋਰ ਦੈਨ 18 months, 18 ਮਹੀਨੇ ਤੋਂ ਹੀ ਉਹ ਇਹ ਤਿਆਰੀ ਕਰ ਰਹੀ ਸੀ ਵੀ ਹਮਲਾ ਕਰਨਾ ਹੈ, ਔਰ ਤਿਆਰੀ ਹੋ ਵੀ ਚੁੱਕੀ ਸੀ। ਖੈਰ ਉਹਨੇ ਅੱਗੇ ਹੋਰ ਵੀ ਕਈ ਗੱਲਾਂ ਕਹੀਆਂ ਨੇ। ਕਹਿੰਦਾ ਜਦੋਂ ਸੰਤ ਜਰਨੈਲ ਸਿੰਘ ਹੋਣਾ ਨੂੰ ਸੂਹ ਮਿਲ ਗਈ ਵੀ ਅਕਾਲ ਤਖਤ ਤੇ ਹਮਲਾ ਹੋਣਾ ਹੀ ਹੋਣਾ ਹੈ, ਤੋ ਕਹਿੰਦਾ ਫਿਰ ਸੰਤ ਜਰਨੈਲ ਸਿੰਘ ਹੋਣਾ ਹਥਿਆਰ ਇਕੱਠੇ ਕੀਤੇ, ਬੜੇ ਬੜੇ ਆਗੂ ਨਾਲ ਸਨ, ਸੰਗਤਾਂ ਨਾਲ ਸਨ, ਔਰ ਜਦੋਂ ਤੁਹਾਡੇ ਘਰ ਤੇ ਕੋਈ ਹਮਲਾ ਕਰਦਾ ਹੈ ਤੇ ਫਿਰ ਤੁਸੀਂ ਚੂੜੀਆਂ ਪਾ ਕੇ ਨਹੀਂ ਬਹਿੰਦੇ, ਤੁਸੀਂ ਜਵਾਬੀ ਕਾਰਵਾਈ ਕਰਦੇ ਹੋ, ਤੁਸੀਂ ਹਥਿਆਰ ਉਠਾ ਕੇ ਮੁਕਾਬਲਾ ਕਰਦੇ ਹੋ। ਉਹ ਕਹਿੰਦਾ ਇਹੀ ਰੀਜ਼ਨ ਹੈ ਇਸ ਜੰਗ ਦਾ। It is his sacred duty to smash the enemy's teeth and sacrifice his life while fighting। ਧਰਮੀ ਬੰਦੇ ਦਾ ਇਹ ਸੁਭਾਅ ਹੈ ਦੁਸ਼ਮਣਾਂ ਦੇ ਦੰਦ ਭੰਨ ਕੇ ਸੁੱਟ ਦਵੇ ਜੇ ਉਹ ਹਮਲਾ ਕਰਨ। ਮੈਂ ਤਾਂ ਹਿੰਦੂ ਵੀਰਾਂ ਨੂੰ ਵੀ ਕਹਿਣਾ, ਤੁਹਾਡੇ ਕੋਈ ਅਮਰਨਾਥ ਮੰਦਿਰ ਤੇ ਹਮਲਾ ਕਰੇ ਤੇ ਤੁਸੀਂ ਸਰੋਪੇ ਪਾਓਗੇ ਕਿ ਅੱਗੋਂ ਗੋਲੀਆਂ ਚਲਾਓਗੇ? ਕੋਈ ਮੁਸਲਮਾਨਾਂ ਦੀ ਮਸਜਿਦ ਨੂੰ ਢਹਿ ਢੇਰੀ ਕਰਨ ਦੇ ਲਈ ਆ ਜਾਵੇ, ਕੀ ਉਹਦੇ ਗਲ ਵਿੱਚ ਬਾਹਾਂ ਪਾਉਣਗੇ? ਨਹੀਂ। ਜਦੋਂ ਧਰਮ ਦੀ ਬਾਤ ਆਉਂਦੀ ਹੈ ਫਿਰ ਨਹੀਂ ਵੇਖਿਆ ਜਾਂਦਾ ਵੀ ਦੇਸ਼ ਖਿਲਾਫਤ ਕਰ ਰਿਹਾ ਹੈ, ਇਹ ਕੋਈ ਆਤੰਕਵਾਦੀ ਖਿਲਾਫਤ ਕਰ ਰਹੇ ਨੇ ਜਾਂ ਦੇਸ਼ ਦੀ ਆਰਮੀ ਹੈ, ਫਿਰ ਆਪਣੇ ਧਰਮ ਸਥਾਨਾਂ ਦੀ ਖਾਤਰ ਸਿਰ ਦੇਣੇ ਪੈਂਦੇ ਨੇ। ਜਰਨਲ ਸਿਨਹਾ ਕਹਿੰਦਾ ਹੈ ਫॉर द सेम रीजन hundreds of men, women, children who had come to visit this golden temple, they sacrificed their lives। ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਬਜ਼ੁਰਗ ਬੀਬੀਆਂ ਬੱਚਿਆਂ ਵੀ ਆਪਾ ਵਾਰ ਦਿੱਤਾ, ਜਿਨ੍ਹਾਂ ਸੂਰਿਆਂ ਸ਼ਸਤਰ ਚੁੱਕੇ ਉਹਨਾਂ ਤੇ ਸਿਰ ਵਾਰਨਾ ਹੀ ਸੀ। ਇਹ ਸਿੱਖੀ ਦਾ ਸਿਧਾਂਤ ਰਿਹਾ ਹੈ। ਜਿਹੜੇ ਕਹਿੰਦੇ ਨੇ ਇਕੱਲਾ ਸੰਤ ਜਰਨੈਲ ਸਿੰਘ ਨੂੰ ਹੀ ਪਕੜਨਾ ਸੀ, ਤਾਂ ਉਹਨਾਂ ਨੂੰ ਮੈਂ ਪੁੱਛਦਾ, ਬੀਬੀ ਇੰਦਰਾ ਗਾਂਧੀ ਦੇ ਹੁਕਮ ਵਿੱਚ 1.5 ਲੱਖ ਦਾ ਘੇਰਾ ਟੈਂਕਾਂ, ਤੋਪਾਂ, ਹੈਲੀਕਾਪਟਰਾਂ ਦੇ ਸਹਿਤ ਇੰਡੀਅਨ ਆਰਮੀ ਆ ਕੇ ਅੰਮ੍ਰਿਤਸਰ ਨੂੰ ਪਾ ਲੈਂਦੀ ਹੈ। ਦੁਨੀਆ ਵਿੱਚ ਤੀਜੇ ਚੌਥੇ ਨੰਬਰ ਦੇ ਇਸ ਦਰਜੇ ਦੀ ਇਹ ਤਾਕਤਵਰ ਆਰਮੀ ਹੈ। ਜਦੋਂ ਘੇਰਾ ਪੈ ਜਾਂਦਾ ਹੈ, ਕਰਫਿਊ ਲੱਗਦੇ ਨੇ, ਪਰ ਬਾਅਦ ਵਿੱਚ ਪਹਿਲਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਸੰਗਤਾਂ ਨੂੰ ਹਰਮੰਦਰ ਸਾਹਿਬ ਕੰਪਲੈਕਸ ਆਉਣ ਦਿੱਤਾ ਗਿਆ। ਜੇ ਸੰਤਾਂ ਨੂੰ ਹੀ ਗ੍ਰਿਫਤਾਰ ਕਰਨਾ ਹੈ ਜਾਂ ਕੁਝ ਅਕਾਲੀ ਲੀਡਰਸ ਦਾ ਹੀ ਖੁਰਾ ਖੋਜ ਮਿਟਾਉਣਾ ਹੈ ਤੇ ਫਿਰ ਤੁਸੀਂ 1 ਜੂਨ ਤੋਂ ਪਹਿਲਾਂ ਹਮਲਾ ਕਰੋ ਜਾਂ 6 ਜੂਨ ਤੋਂ ਬਾਅਦ ਹਮਲਾ ਕਰੋ। ਕਿਉਂ ਲੱਖਾਂ ਸ਼ਰਧਾਲੂ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਇਕੱਠੇ ਹੋਣ ਦਿੱਤੇ? 1 ਜੂਨ ਨੂੰ ਰਫਲਾਂ ਦੇ ਮੂੰਹ ਖੋਲੇ ਗਏ, 5-6 ਘੰਟੇ ਗੋਲੀ ਚੱਲੀ, ਭਾਈ ਮਹਿੰਗਾ ਸਿੰਘ ਅਖੰਡ ਕੀਰਤਨੀ ਜਥੇ ਦੇ ਬੱਬਰ ਸਿੰਘ ਸ਼ਹੀਦ ਹੋਏ,
2 ਤੇ 3 ਤਰੀਕ ਨੂੰ ਕਰਫਿਊ ਲੱਗਾ ਰਿਹਾ। 4 ਜੂਨ ਨੂੰ ਸੁਬਾਹ ਤੋਪਾਂ ਗੋਲੇ ਬਰਸਾਉਣ ਲੱਗੀਆਂ, ਗੋਲੀਆਂ ਦੀ ਵਰਖਾ ਹੋਣ ਲੱਗੀ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਰਨਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਹੋਰ ਸੂਰਬੀਰ ਸਿੰਘ, ਕਾਰ ਸੇਵਾ ਵਾਲੇ ਸਿੰਘ, ਨਿਹੰਗ ਸਿੰਘ, ਅਖੰਡ ਕੀਰਤਨੀ ਜਥੇ ਵਾਲੇ ਸਿੰਘ, ਸਾਰਿਆਂ ਨੇ ਸ਼ਸਤਰ ਉਠਾ ਲਏ, ਅਰਦਾਸੇ ਸੋਧੇ। ਸੰਤ ਬਾਬਾ ਜਰਨੈਲ ਸਿੰਘ ਨੇ ਨਾ ਸਾਰਿਆਂ ਸਿੰਘਾਂ ਨੂੰ ਬੇਨਤੀ ਕੀਤੀ, ਸਮਾਂ ਆ ਗਿਆ ਹੈ, ਸ਼ਹੀਦੀਆਂ ਦਾ ਕੁੰਭ ਲੱਗਣ ਲੱਗਾ ਹੈ, ਕਰਮਾਂ ਵਾਲਿਆਂ ਨੂੰ ਸ਼ਹੀਦੀ ਪ੍ਰਾਪਤ ਹੁੰਦੀ ਹੈ। ਸੋ ਉਹਨਾਂ ਮਹਾਂਪੁਰਸ਼ਾਂ ਨੇ ਐਲਾਨ ਕੀਤਾ, ਕਹਿੰਦੇ ਠੀਕ ਹੈ, ਸਾਡੇ ਕੋਲ ਫੌਜ ਥੋੜੀ ਹੈ, ਦੁਸ਼ਮਣਾਂ ਕੋਲ ਫੌਜ ਬਹੁਤੀ ਹੈ, ਪਰ ਸਾਡੇ ਬਾਪੂ ਕਲਗੀਧਰ ਦੇ ਬੋਲ ਨੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦੇ ਐਸੋ ਅਰਸ਼। ਗੁਰੂ ਕਹਿੰਦੇ ਨੇ, ਔਰੰਗਜ਼ੇਬ ਮੇਰੇ ਕੋਲ ਫੌਜਾਂ ਨਹੀਂ, ਮੇਰੇ ਕੋਲ ਚੰਗੇ ਹਥਿਆਰ ਘੋੜੇ ਨਹੀਂ, ਪਰ ਮੇਰੇ ਵੱਲ ਖੁਦਾਇਆ ਏ। ਤੈਨੂੰ ਫੌਜਾਂ ਤੇ ਗਰੂਰ ਹੈ, ਮੈਨੂੰ ਰੱਬ ਤੇ ਗਰੂਰ ਹੈ, ਮੇਰੀ ਰੱਬ ਪਿੱਠ ਨਹੀਂ ਲੱਗਣ ਦਵੇਗਾ। 14 ਜੰਗਾਂ ਦਰਮਿਆਨ ਗੁਰੂ ਗੋਬਿੰਦ ਸਿੰਘ ਦਾ ਮੁਗਲਿਆ ਸਲਤਨਤ 22 ਧਾਰ ਦੇ ਰਾਜੇ ਵਾਲ ਵਿੰਗਾ ਨਹੀਂ ਕਰ ਸਕੇ। ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ, ਸਿੰਘ ਅਮਰ ਹੁੰਦੇ ਨੇ। ਹਰ ਦਾ ਜੰਗ ਉਹ ਹੈ ਜਿਹੜਾ ਝੁਕ ਜਾਵੇ, ਜਿਹਦਾ ਸਿਰ ਕੱਟਿਆ ਜਾਂਦਾ ਉਹ ਤੇ ਅਮਰ ਹੋ ਜਾਂਦਾ ਹੈ। ਆਪਾਂ ਸਿਰ ਵਾਰਨੇ ਨੇ ਗੁਰੂ ਦੇ ਆਸ਼ੇ ਤੇ ਚੱਲ ਕਰਕੇ, ਦੁਨੀਆ ਦਿਹਾੜੇ ਮਨਾਇਆ ਕਰੇਗੀ। ਜਰਨਲ ਸ਼ਬੇਗ ਸਿੰਘ ਨੂੰ ਪੱਤਰਕਾਰ ਪੁੱਛਦਾ ਹੈ, ਇੰਡੀਅਨ ਆਰਮੀ ਲਈ ਲੜ ਕੇ ਬੜੀਆਂ ਜੰਗਾਂ ਜਿੱਤੀਆਂ, ਚਾਈਨਾ ਨਾਲ ਲੜੇ, ਪਾਕਿਸਤਾਨ ਦੇ ਨਾਲ ਲੜੇ, ਬੰਗਲਾਦੇਸ਼ ਆਜ਼ਾਦ ਕਰਵਾਇਆ, ਅੱਜ ਉਸੇ ਆਰਮੀ ਦੀ ਖਿਲਾਫਤ ਕਰ ਰਹੇ ਹੋ ਮੇਜਰ ਜਰਨਲ ਹੋ ਕਰਕੇ। ਤੋ ਜਰਨਲ ਸ਼ਬੇਗ ਸਿੰਘ ਨੇ ਆਖਿਆ ਸੀ, ਮਸਲਾ ਧਰਮ ਦਾ ਹੈ, ਸਭ ਤੋਂ ਪਹਿਲਾਂ ਧਰਮ ਹੈ, ਫਿਰ ਦੇਸ਼ ਹੈ। ਜਦੋਂ ਦੇਸ਼ ਤੇ ਆਫਤ ਬਣੀ ਤੇ ਸ਼ਬੇਗ ਸਿੰਘ ਨੇ ਹਥਿਆਰ ਚੁੱਕੇ ਦੁਸ਼ਮਣਾਂ ਦਾ ਖੁਰਾ ਖੋਜ ਮਿਟਾ ਦਿੱਤਾ। ਅੱਜ ਧਾਰਮਿਕ ਸਥਾਨ ਦੇ ਉੱਪਰ ਦੁਸ਼ਮਣ ਚੜ ਕੇ ਆ ਰਹੇ ਨੇ, ਇਹ ਤੇ ਭਾਰਤ ਵਰਸ਼ ਦੀ ਫੌਜ ਹੈ। ਜੇ ਮੇਰੇ ਪਰਿਵਾਰ ਦਾ ਕੋਈ ਬਲੱਡ ਰਿਲੇਸ਼ਨ ਵਿੱਚੋਂ ਵੀ ਮੈਂਬਰ ਮੇਰੇ ਸਾਹਮਣੇ ਅੱਜ ਹਥਿਆਰ ਲੈ ਕੇ ਅਕਾਲ ਤਖਤ ਦੀ ਬੇਅਦਬੀ ਕਰਨ ਆ ਜਾਵੇ ਤੇ ਉਹਦੇ ਧੜ ਤੇ ਮੈਂ ਸਿਰ ਨਹੀਂ ਰਹਿਣ ਦੇਵਾਂਗਾ। ਕਹਿੰਦੇ ਤੁਸੀਂ 200-250 ਸਿੰਘ ਹੋ ਮੈਦਾਨੇ ਜੰਗ ਵਿੱਚ ਲੜਨ ਵਾਲੇ, ਉਧਰ ਲੱਖਾਂ ਦਾ ਘੇਰਾ ਏ। ਕਹਿੰਦੇ ਮੈਨੂੰ ਸੰਤ ਜਰਨੈਲ ਸਿੰਘ ਦੇ ਬਚਨਾਂ ਤੇ ਭਰੋਸਾ ਹੈ। ਉਹ ਕਹਿੰਦੇ ਸਨ, ਜਰਨਲ ਸਾਹਿਬ ਫਿਕਰ ਨਾ ਕਰਿਓ, ਐਸੀ ਗੁਰੂ ਗੋਬਿੰਦ ਸਿੰਘ, ਗੁਰੂ ਹਰਗੋਬਿੰਦ ਦੀ ਕਲਾ ਵਰਤੇਗੀ, ਚੱਲ ਕੇ ਕਦਮਾਂ ਤੇ ਆਵੇਗੀ ਭਾਰਤ ਵਰਸ਼ ਦੀ ਫੌਜ। ਲੋਥਾਂ ਦੇ ਭਰ ਭਰ ਇਥੋਂ ਟਰੱਕ ਤੋਰਾਂਗੇ, ਜਿਨ੍ਹਾਂ ਦੀ ਗਿਣਤੀ ਨਾ ਦੁਸ਼ਮਣ ਕਰ ਸਕੇਗਾ। ਇਸੇ ਤਰ੍ਹਾਂ ਹੀ ਜੰਗ ਹੋਣ ਲੱਗਾ ਹੈ। ਔਰ ਇਹ ਨਾ ਸਮਝਿਓ ਕੱਲਾ ਅਕਾਲ ਤਖਤ ਤੇ ਹੀ ਹਮਲਾ ਹੋਇਆ, ਇੱਥੇ ਤੇ ਇੱਕ ਭਿੰਡਰਾਂ ਵਾਲਾ ਬੈਠਾ ਹੈ। ਤਕਰੀਬਨ 40 ਦੇ ਕਰੀਬ ਇਤਿਹਾਸਿਕ ਸਥਾਨਾਂ ਤੇ ਆਰਮੀ ਨੇ ਹਮਲਾ ਕੀਤਾ ਹੈ ਉਸ ਦਿਨ 6 ਜੂਨ ਨੂੰ। ਤੋ ਕੀ ਹਰ ਸਥਾਨ ਤੇ ਭਿੰਡਰਾਂ ਵਾਲਾ ਬੈਠਾ ਹੈ, ਹਰ ਸਥਾਨ ਤੇ ਆਤੰਕਵਾਦੀ ਬੈਠੇ ਨੇ? ਨਹੀਂ, ਅਸਲ ਵਿੱਚ ਆਤੰਕ ਇੰਦਰਾ ਗਾਂਧੀ ਨੇ ਫੈਲਾਇਆ ਸੀ। ਸੰਤ ਜਰਨੈਲ ਸਿੰਘ ਹੁਣਾਂ ਤੇ ਇਸ ਬੀਬੀ ਨੂੰ ਜੋ ਆਤੰਕ ਫੈਲਾ ਰਹੀ ਸੀ, ਦੰਦ ਖੱਟੇ ਕਰਨ ਲਈ ਸਾਵਾਂ ਜਵਾਬ ਦਿੱਤਾ ਹੈ ਅਗਲੇ ਪਾਸਿਓਂ। ਘਮਸਾਨ ਦਾ ਯੁੱਧ 4 ਤਰੀਕ ਨੂੰ ਵੀ ਹੋ ਰਿਹਾ ਹੈ। 4 ਨੂੰ ਦੰਦ ਖੱਟੇ ਹੋਏ ਭਾਰਤੀ ਫੌਜ ਦੇ ਜਿਹੜਾ ਜਰਨਲ ਬਰਾੜ, ਜਰਨਲ ਸੁੰਦਰ 1 ਜੂਨ ਨੂੰ ਬੜੇ ਜੋਸ਼ੋ ਖਰੋਚ ਵਿੱਚ ਸਨ ਵੀ ਸਿੱਖਾਂ ਦਾ ਕੀ ਹੈ, 2-4 ਘੰਟਿਆਂ ਵਿੱਚ ਮੁਸ਼ਕਾਂ ਬੰਨ ਕੇ ਦਿੱਲੀ ਵੱਲ ਨੂੰ ਲੈ ਤੁਰਾਂਗੇ। ਜਦੋਂ ਆਪਣਾ ਨੁਕਸਾਨ ਹੁੰਦਾ ਤੱਕਿਆ, ਕਹਿੰਦੇ ਰੰਗ ਉੱਡ ਗਏ। ਅਖੀਰ ਇਹਨਾਂ ਨੇ ਦਿੱਲੀ ਵੱਲ ਨੂੰ ਵਾਇਰਲੈਸਾਂ ਕੀਤੀਆਂ ਨੇ, ਫੋਨ ਖੜਕਾਏ ਨੇ। ਇਹ ਸਿੱਖ ਜਿਹੜੇ ਨੇ ਇਹ ਟੈਂਕਾਂ ਤੋਂ ਬਿਨਾ, ਏਅਰ ਫੋਰਸ ਤੋਂ ਬਿਨਾ ਕਾਬੂ ਨਹੀਂ ਆ ਸਕਦੇ। ਸਾਵੀਂ ਜੰਗ ਲੜ ਕੇ ਵੇਖ ਲਿਆ ਹੈ। ਇਹ ਰਵਾਇਤੀ ਹਥਿਆਰਾਂ ਨਾਲ ਹੀ ਸਾਡੀਆਂ ਬੜੀਆਂ ਬੜੀਆਂ ਰਾਈਫਲਾਂ ਦੇ ਤੋਪਾਂ ਦੇ ਮੂੰਹ ਮੋੜ ਚੁੱਕੇ ਨੇ। ਬੀਬੀ ਇੰਦਰਾ ਹੁਣ
에ਅਰਫੋਰਸ ਨੂੰ ਹਮਲਾ ਕਰਨਾ ਪਵੇਗਾ, ਹੈਲੀਕਾਪਟਰਾਂ ਦੇ ਰਾਹੀਂ ਕਮਾਂਡੋ ਭੇਜਣੇ ਪੈਣਗੇ। 2200 2200 ਦੇ ਜਥੇ ਕਮਾਂਡੋਸ ਦੇ ਜਦੋਂ ਹਰਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਕਦਮ ਪਾਉਣ ਲੱਗੇ ਨੇ, ਸੂਰਿਆਂ ਨੇ ਐਸੀ ਗੋਲੀਆਂ ਦੀ ਵਰਖਾ ਕੀਤੀ, 5-4 ਮਿੰਟਾਂ ਦੇ ਵਿੱਚ ਹੀ ਲਾਸ਼ਾਂ ਦੇ ਅੰਬਾਰ ਲਾ ਦਿੱਤੇ। ਅਖੀਰ 5 ਜੂਨ ਨੂੰ ਟੈਂਕਾਂ ਦੇ ਮੂੰਹ ਖੋਲੇ ਗਏ ਨੇ। ਜਦੋਂ ਮਰਦਾਂ ਵਾਂਗੂ ਜੰਗ ਨਾ ਲੜੀ ਗਈ ਭਾਰਤੀ ਹਕੂਮਤ ਵੱਲੋਂ, ਤਾਂ ਫਿਰ ਬੁਜ਼ਦਿਲਾਂ ਵਾਂਗੂ ਟੈਂਕਾਂ ਦੇ ਗੋਲੇ ਵਰਾਉਣੇ ਸ਼ੁਰੂ ਕਰ ਦਿੱਤੇ। ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ, ਜਰਨਲ ਸਬੇਗ ਸਿੰਘ ਸ਼ਹੀਦ ਹੋ ਗਏ। 6 ਜੂਨ ਦਾ ਦਿਹਾੜਾ ਚੜ੍ਹਿਆ। ਅੰਮ੍ਰਿਤ ਵੇਲੇ ਨਿਤਨੇਮ ਕਰਕੇ ਸੰਤ ਆਪਣੇ ਰਵਾਇਤੀ ਹਥਿਆਰ ਉਠਾ ਕਰਕੇ ਅਕਾਲ ਤਖਤ ਸਾਹਿਬ ਦੇ ਸਾਹਵੇਂ ਆ ਗਏ। ਭਾਈ ਅਮਰੀਕ ਸਿੰਘ ਵੀ ਨੇ, ਉਹਨਾਂ ਦੇ ਗੋਲੀਆਂ ਲੱਗੀਆਂ, ਫੱਟੜ ਹੋ ਗਏ। ਕੰਧ ਦੇ ਨਾਲ ਢੋ ਲਾਈ ਹੈ। ਜਿੱਧਰੋਂ ਆਪਾਂ ਦੇਗ ਲੈਨੇ ਆ ਨਾ, ਜਦੋਂ ਹਰਮੰਦਰ ਸਾਹਿਬ ਨਤਮਸਤਕ ਹੁੰਨੇ ਆ, ਇਦੋਂ ਫੌਜਾਂ ਭਾਰਤ ਵਰਸ਼ ਦੀਆਂ ਚੜ੍ਹੀਆਂ ਆ ਰਹੀਆਂ ਨੇ। ਆਮੋ ਸਾਹਮਣਾ ਜੰਗ ਹੋ ਰਿਹਾ ਹੈ। ਸੰਤ ਜਰਨੈਲ ਸਿੰਘ ਗੋਲੀਆਂ ਦੀ ਅੱਗੋਂ ਵਰਖਾ ਕਰ ਰਹੇ ਨੇ। ਇੱਕ ਬ੍ਰਿਸ਼ਟ ਆ ਕੇ ਸੰਤਾਂ ਨੂੰ ਲੱਗਦਾ ਹੈ ਭਾਈ ਅਮਰੀਕ ਸਿੰਘ ਦੇ ਗਲੂਏ ਮੁਬਾਰਕ ਚੋਂ ਨਿਕਲਿਆ ਭਾਣਾ ਵਰਤ ਗਿਆ ਹੈ। ਸੰਤਾਂ ਸ਼ਹਾਦਤ ਦੀ ਅਵਧੀ ਮਾਣੀ ਔਰ ਸਾਵੇਂ ਹੋ ਕੇ ਜੰਗ ਲੜੀ। ਭਾਈ ਅਮਰੀਕ ਸਿੰਘ ਸ਼ਹੀਦ ਹੋ ਗਏ, ਬਾਬਾ ਠਾਰਾ ਸਿੰਘ ਸ਼ਹੀਦ ਹੋ ਗਏ। ਸੈਂਕੜੇ ਸਿੰਘਾਂ ਦੀ ਸ਼ਹੀਦੀ ਹੋਈ ਹੈ। ਜਿਹੜੇ ਸਿਰ ਤਲੀ ਤੇ ਰੱਖ ਕੇ ਲੜ ਰਹੇ ਸਨ, ਉਹਨਾਂ ਤੇ ਸ਼ਹੀਦ ਹੋਣਾ ਹੀ ਸੀ। ਇੱਥੇ ਹੀ ਬਸ ਨਹੀਂ ਕੀਤੀ ਭਾਰਤ ਵਰਸ਼ ਦੀ ਹਕੂਮਤ ਨੇ। ਸੰਤ ਤੇ 6 ਜੂਨ ਨੂੰ ਸੁਬਾਹ ਹੀ ਸ਼ਹੀਦ ਹੋ ਗਏ ਨੇ। ਜੇ ਕੱਲਾ ਤੁਹਾਡਾ ਉਹਨਾਂ ਨਾਲ ਹੀ ਵੈਰ ਹੈ ਤੇ ਹੁਣ ਬਸ ਕਰ ਜਾਓ, ਨਹੀਂ ਹਟੇ। 6 ਜੂਨ ਸ਼ਾਮ ਤਾਈਂ ਇਹ ਮੰਜ਼ਰ ਵਾਪਰਦਾ ਰਿਹਾ ਹੈ ਹਰਮੰਦਰ ਸਾਹਿਬ ਕੰਪਲੈਕਸ ਦੇ ਅੰਦਰ। ਮਾਈਆਂ ਦੀ ਪੱਤ ਲੁੱਟੀ ਗਈ, ਬਜ਼ੁਰਗ ਮਾਰੇ ਗਏ। 18 20 ਦਿਨ ਦੇ ਬੱਚੇ ਜਿਹੜੇ ਗੁਰੂ ਅਰਜਨ ਸਾਹਿਬ ਦੀ ਕੁਰਬਾਨੀ ਨੂੰ ਸਿਜਦਾ ਕਰਨ, ਸ਼ਹੀਦੀ ਮਨਾਉਣ ਇੱਥੇ ਮਾਵਾਂ ਦੇ ਕੁੱਛੜ ਚੁੱਕੇ ਹੋਏ ਸਨ, ਆਏ ਹੋਏ ਸਨ। ਕਈ ਐਸੇ ਇਤਿਹਾਸਕਾਰਾਂ ਨੇ ਕਿੱਸੇ ਲਿਖੇ ਨੇ, ਕਹਿੰਦੇ ਕਿਧਰੇ ਇੱਕ ਮਾਈ ਨੇ ਛੋਟਾ ਜਿਹਾ ਬੱਚਾ ਕੁੱਛੜ ਚੁੱਕਿਆ ਸੀ ਕੁਝ ਦਿਨਾਂ ਦਾ। ਹਰਮੰਦਰ ਸਾਹਿਬ ਦੇ ਸਰੋਵਰ ਵਿੱਚ ਲਹੂ ਹੀ ਲਹੂ ਹੈ, ਗਾਰ ਬਣੀ ਹੋਈ ਹੈ। ਇੱਕ ਫੌਜੀ ਨੂੰ ਕਹਿੰਦੀ, ਵੀਰਾ ਬੱਚੇ ਨੂੰ ਜਲ ਛਕਾਉਣਾ ਹੈ, ਇਹਦੀਆਂ ਆਂਦਰਾਂ ਸੁੱਕ ਰਹੀਆਂ ਨੇ। ਬੱਚਾ ਫੌਜੀ ਨੇ ਖੋਲਿਆ, ਪਟਕ ਕੇ ਪ੍ਰਕਰਮਾ ਦੇ ਪੱਥਰ ਤੇ ਮਾਰਿਆ ਔਰ ਗਲੂਏ ਚੋਂ ਮਾਈ ਨੂੰ ਆਖਣ ਲੱਗਾ ਹਿੰਦੀ ਦੇ ਵਿੱਚ, ਸਰਦਾਰਨੀਏ ਲੈ ਹੁਣ ਬੱਚਾ ਤੇਰਾ ਪਾਣੀ ਕਦੇ ਵੀ ਨਹੀਂ ਮੰਗੇਗਾ, ਤੈਨੂੰ ਤੰਗ ਨਹੀਂ ਕਰੇਗਾ। ਐਸੇ ਜ਼ਾਲਮ ਲੋਕ, ਇਹਨਾਂ ਨੂੰ ਬੰਦਾ ਪੁੱਛੇ ਵੀ 18-20 ਦਿਨ ਦਾ ਬੱਚਾ ਜਿਹਦੀਆਂ ਆਂਦਰਾਂ ਸੁੱਕੀਆਂ ਨੇ ਪਿਆਸ ਦੇ ਨਾਲ, ਉਹਨੂੰ ਜਾਮੇ ਸ਼ਹਾਦਤ ਦਾ ਤੁਸੀਂ ਪਿਆਲਾ ਪਿਆ ਦਿੱਤਾ ਹੈ, ਤੋ ਕੀ ਇਹ ਅੱਤਵਾਦੀ ਸੀ? ਨਹੀਂ। ਮੈਂ ਫਿਰ ਕਹਿ ਦਵਾਂ, ਇਹ ਅਬਦਾਲੀ ਵਾਂਗੂ ਤੁਹਾਡੀ ਨਸਲਕੁਸ਼ੀ ਕਰਨ ਆਏ ਸਨ। ਸੰਤ ਜਰਨੈਲ ਸਿੰਘ ਦਾ ਇੱਥੇ ਮਸਲਾ ਨਹੀਂ ਹੈ। ਤੁਸੀਂ ਵਾਰ-ਵਾਰ ਹੱਕ ਮੰਗਦੇ ਹੋ, ਤੁਸੀਂ ਵਾਰ-ਵਾਰ ਕਹਿੰਦੇ ਹੋ 90% ਦੀ ਕੁਰਬਾਨੀਆਂ ਸਿੱਖ ਜਗਤ ਦੀਆਂ ਨੇ, ਅਸੀਂ ਬਰਾਬਰ ਦੇ ਭਾਰਤ ਵਰਸ਼ ਦੇ ਹੱਕਦਾਰ ਹਾਂ। ਤੁਹਾਡੀਆਂ ਮੰਗਾਂ ਨੂੰ ਸਦਾ ਲਈ ਖਤਮ ਕਰਨ ਦੇ ਲਈ ਇਹ ਤੁਹਾਡੇ ਤੇ ਹਮਲਾ ਕੀਤਾ ਗਿਆ ਸੀ। ਖੈਰ, ਤੁਹਾਡਾ ਖੁਰਾ ਖੋਜ ਮਿਟਾਉਣ ਦੇ ਲਈ ਤੁਹਾਡੀਆਂ 3 ਪੀੜ੍ਹੀਆਂ ਮਿਟਾਈਆਂ ਗਈਆਂ। ਬਜ਼ੁਰਗ ਮਾਰੇ, ਬੱਚੇ ਮਾਰੇ, ਬੀਬੀਆਂ ਮਾਰੀਆਂ, ਜਵਾਨ ਮਾਰੇ। 7 ਤਰੀਕ ਨੂੰ ਜਦੋਂ ਲੋਥਾਂ ਦੀ ਗਿਣਤੀ ਹੋਈ ਹੈ, ਬੇਅੰਤ ਸਿੰਘ ਸਿੰਘਣੀਆਂ ਸ਼ਹੀਦ ਹੋਏ। ਦੂਸਰੀ ਤਰਫ ਜਰਨਲ ਸਿਨਹਾ ਤੇ ਜਰਨਲ ਬਰਾੜ ਇਹ ਗੱਲ ਮੰਨਦੇ ਨੇ 1962 ਵਾਲੀ ਇੰਡੋ ਚਾਈਨੀਜ਼ ਵਾਰ, 1972 ਵਾਲੀ ਇੰਡੋ ਪਾਕਿਸਤਾਨੀ ਵਾਰ ਵਿੱਚ ਇੰਨਾ ਨੁਕਸਾਨ ਭਾਰਤੀ ਹਕੂਮਤ ਦਾ ਨਹੀਂ ਹੋਇਆ ਜਿੰਨਾ 1984 ਦੇ ਘੱਲੂਘਾਰੇ ਦਰਮਿਆਨ ਬਾਬਾ ਜਰਨੈਲ ਸਿੰਘ ਤੇ 200-250 ਦੇ ਕਰੀਬ ਸਿੰਘਾਂ ਨੇ ਹਕੂਮਤਾਂ ਦਾ ਕਰ ਦਿੱਤਾ। ਵਾਕਿਆ ਹੀ
ਆਏ ਕਦਮਾਂ ਤੇ ਚੱਲ ਕੇ ਸਨ ਤੇ ਲੋਥਾਂ ਭਰ ਭਰ ਟਰੱਕਾਂ ਤੇ ਭਾਰਤੀ ਫੌਜ ਨੂੰ ਇੱਥੋਂ ਤੋਰਿਆ ਸੀ ਉਸ ਸੂਰਮੇ ਦੀ ਫੌਜ ਨੇ। ਐਸਾ ਸਿੱਖ ਜਗਤ ਦਾ ਇਤਿਹਾਸ ਪ੍ਰਚਲਿਤ ਹੈ। ਮੈਂ ਬੇਨਤੀ ਕਰ ਦਵਾਂ, ਜਿੱਥੇ ਸੰਤ ਜਰਨੈਲ ਸਿੰਘ ਹੋਣੀ ਸ਼ਹੀਦ ਹੋਏ, ਉੱਥੇ ਭਾਈ ਅਮਰੀਕ ਸਿੰਘ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਹੋਏ, ਬਾਬਾ ਠਾਰਾ ਸਿੰਘ ਸ਼ਹੀਦ ਹੋਏ, ਜਰਨਲ ਸ਼ਬੇਗ ਸਿੰਘ ਸ਼ਹੀਦ ਹੋਏ, ਉੱਥੇ ਭਾਈ ਮਹਿੰਗਾ ਸਿੰਘ ਸ਼ਹੀਦ ਹੋਏ ਅਖੰਡ ਕੀਰਤਨੀ ਜਥੇ ਦੇ, ਹੋਰ ਵੀ ਕਈ ਬੱਬਰ ਸਿੰਘ ਸ਼ਹੀਦ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨਾਲ ਸੰਬੰਧਿਤ ਵੀ ਕਈ ਇੱਥੇ ਸੇਵਾਦਾਰ ਸ਼ਹਾਦਤ ਦੀ ਅਵਧੀ ਮਾਣ ਗਏ, ਸ਼ਹੀਦੀਆਂ ਹੋਈਆਂ ਨੇ। ਬੇਅੰਤ ਸ਼ਹੀਦਾਂ ਨੇ ਸਿੱਖ ਜਗਤ ਨੂੰ ਪ੍ਰਫੁੱਲਤ ਰੱਖਣ ਦੇ ਲਈ ਸਿਰ ਦੇ ਦਿੱਤੇ। ਕਦੇ ਆਪਣਾ ਇਤਿਹਾਸ ਵਾਚਿਓ, ਜਿਹੜੇ ਸਿੱਖ ਆਗੂ ਫੜੇ ਗਏ, ਕੁਝ ਆਗੂ ਤੇ ਡਰ ਕੇ ਬਾਹਰ ਚਲੇ ਗਏ ਸਨ। ਅਕਾਲੀ ਦਲ ਦੇ ਆਗੂ ਸਨ, ਚਾਹੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਸਨ, ਚਾਹੇ ਹੋਰ ਸੰਪਰਦਾਵਾਂ ਦੇ ਸਿੰਘ ਸਨ, ਉਹਨਾਂ ਦੀ ਗ੍ਰਿਫਤਾਰੀ ਹੋਈ। ਜਥੇਦਾਰ ਨਛੱਤਰ ਸਿੰਘ ਪਿੰਡ ਭਲਵਾਨ ਸੰਗਰੂਰ ਦੇ ਇਲਾਕੇ ਵਿੱਚ ਜੋ ਅਕਾਲੀ ਦਲ ਦਾ ਜਥੇਦਾਰ ਸੀ, ਉਹ ਧਰਮ ਯੁੱਧ ਮੋਰਚੇ ਲਈ 600 ਸਿੰਘਾਂ ਦੇ ਕਰੀਬ ਜਥੇ ਨੂੰ ਲੈ ਕਰਕੇ 3 ਜੂਨ ਨੂੰ ਇੱਥੇ ਪਹੁੰਚੇ ਸਨ। ਉਹਨਾਂ ਨੂੰ ਵੀ ਗੋਲੀਆਂ ਦੇ ਨਾਲ ਛਲਣੀ ਕੀਤਾ ਗਿਆ। ਉਹ ਵੀ 6 ਜੂਨ ਨੂੰ ਸ਼ਹਾਦਤ ਦੀ ਅਵਧੀ ਮਾਣ ਗਏ। ਸਿੱਖ ਜਗਤ ਨੇ ਆਪਣਾ ਲਹੂ ਡੋਲ ਕੇ ਸਿੱਖੀ ਨੂੰ ਪ੍ਰਫੁੱਲਤ ਰੱਖਿਆ ਹੈ। ਜਿਹੜੇ ਕਹਿੰਦੇ ਨੇ ਸਿੱਖੀ ਦਾ ਨੁਕਸਾਨ ਕਰਾ ਦਿੱਤਾ ਘੱਲੂ ਘਾਰੇ ਵਿੱਚ ਬਾਬਾ ਜਰਨੈਲ ਸਿੰਘ ਆਦਿਕ ਸਿੰਘਾਂ ਨੇ, ਉਹ ਇਸ ਗੱਲ ਨੂੰ ਸਮਝ ਲੈਣ। ਆਊਟ ਆਫ ਇੰਡੀਆ, ਕੈਨੇਡਾ, ਅਮਰੀਕਾ, ਵੈਸਟਰਨ ਕੰਟਰੀਜ਼ ਦੇ ਵਿੱਚ 1984 ਤੋਂ ਪਹਿਲਾਂ ਗਿਣੇ ਚੁਣੇ ਗੁਰਦੁਆਰੇ ਸਨ। ਜੇ 5 ਸਿੰਘਾਂ ਨੂੰ ਲੰਗਰ ਛਕਾਉਣਾ ਹੁੰਦਾ ਸੀ ਤੇ ਕੇਸਾਧਾਰੀ ਸਿੰਘ ਨਹੀਂ ਸੀ ਲੱਭਦੇ। ਸਾਡੇ ਮੋਨੇ ਕੋਨੇ ਵੀਰ ਬਹੁਤੇ ਸਨ। 1984 ਵਿੱਚ ਠੀਕ ਹੈ ਅਸੀਂ ਸ਼ਹਾਦਤਾਂ ਮਾਣੀਆਂ, ਉਹਦੇ ਤੋਂ ਬਾਅਦ ਵੀ ਖੂਨੀ ਮੰਜ਼ਰ ਚੱਲਦਾ ਰਿਹਾ। ਬੇਅੰਤ ਸਿੰਘ ਵਰਗਿਆਂ ਨੇ, ਭਾਈ ਸਤਵੰਤ ਸਿੰਘ ਵਰਗਿਆਂ ਨੇ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰ ਕਰਕੇ ਸਿੱਖ ਜਗਤ ਦੀ ਲੱਥੀ ਹੋਈ ਦਸਤਾਰ ਬਹਾਲ ਕਰ ਲਈ। ਤੋਂ ਪਰ ਭਾਰਤ ਵਰਸ਼ ਦੇ ਲੋਕਾਂ ਨੇ ਇੰਦਰਾ ਗਾਂਧੀ ਨੂੰ ਦੇਵੀ ਦੁਰਗਾ ਮੰਨ ਕੇ ਉਹਦੇ ਫਰਜ਼ੰਦ ਰਾਜੀਵ ਗਾਂਧੀ ਨੂੰ 500 ਤੋਂ ਉੱਪਰ ਪਾਰਲੀਮੈਂਟ ਦੀਆਂ ਸੀਟਾਂ ਦੇ ਵਿੱਚੋਂ 400 ਤੋਂ ਉੱਪਰ ਸੀਟ ਦਵਾ ਕੇ ਬਹੁਤਾਤ ਵਿੱਚ ਜਿਤਾਇਆ ਤੇ ਪ੍ਰਧਾਨ ਮੰਤਰੀ ਬਣਾਇਆ। ਸਾਨੂੰ ਗਿਲਾ ਇਸ ਗੱਲ ਦਾ। ਪਰ 84 ਤੋਂ ਬਾਅਦ ਦੁਨੀਆ ਦੇ ਹਰ ਕੋਨੇ ਵਿੱਚ ਇੱਕ ਸ਼ਹਿਰ ਵਿੱਚ 3 ਗੁਰਦੁਆਰੇ ਬਣੇ। ਕਾਹਦੇ ਲਈ ਬਣੇ? ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਸਿੱਖੀ ਪ੍ਰਫੁੱਲਤ ਹੋਈ, ਲੱਖਾਂ ਸਿੰਘ ਸੱਜੇ। ਅਸੀਂ ਜਿੱਥੇ ਹਜ਼ਾਰਾਂ ਸਿੰਘ ਸ਼ਹੀਦ ਕਰਵਾਏ, ਉੱਥੇ ਲੱਖਾਂ ਸਿੰਘ ਸੱਜੇ ਵੀ ਨੇ। ਸਿੱਖ ਜਗਤ ਦੀ ਫੁਲਵਾੜੀ ਪ੍ਰਫੁੱਲਤ ਰਹੇਗੀ, ਕਿਉਂਕਿ ਇਹਦੀਆਂ ਜੜ੍ਹਾਂ ਦੇ ਵਿੱਚ ਸਿੰਘਾਂ ਨੇ ਆਪਣਾ ਲਹੂ ਪਾਇਆ ਹੈ। ਖੰਡੇ ਦੀ ਪੌਲ ਛਕੋ ਸਿੰਘ ਸੱਜੋ। ਅਕਾਲ ਤਖਤ ਸਾਹਿਬ ਨਤਮਸਤਕ ਹੋ ਰਹੇ ਹੋ। ਇਹਦੇ ਬਾਅਦ ਗੁਰਮਤਿ ਸਮਾਗਮ ਮਹਿਤਾ ਚੌਂਕ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਵਿਖੇ ਚੱਲਣੇ ਨੇ। ਉੱਥੇ ਵੀ ਸ਼ਹੀਦਾਂ ਨੂੰ ਸਜਦਾ ਕਰਕੇ ਜੀਵਨ ਸਫਲਾ ਕਰਿਓ ਜੀ। ਦਾਸ ਇੱਥੇ ਵਿਚਾਰ ਨੂੰ ਸੰਕੋਚਦਾ ਹੈ। ਆਓ ਇਹ 2 ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਗਜਾਉਣੀ ਹੈ। ਨਾਨਕਾ ਜਿਨ ਨਾਮ ਮਿਲਿਆ, ਕਰਮ ਹੋਆ ਧੁਰ ਕਾ ਦੇ। ਸਭ ਉਪਾਇਨ ਆਪ, ਆਪੇ ਨਦਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।